ਸਿਮਲ ਰੁਖ ਸਰਾਏ ਰਾ ਅਤ ਦੀਰਘ ਅਤ ਮੁਚ ਓਏ ਜੇ ਆਵੈ ਆਸ ਕਰ ਜਾਹੇ ਨਿਰਾਸੇ ਕਿਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗਹ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਚਰਨ ਸ਼ਰਨ ਦੇ ਵਿੱਚ ਸ਼ਾਮਾਂ ਸੰਧਿਆ ਵੇਲੇ ਦੇ ਦੀਵਾਨ ਪ੍ਰਾਰੰਭ ਹੋਏ ਹਨ। ਤੋ ਦੀਵਾਨਾਂ ਦੀ ਆਰੰਭਤਾ ਦੇ ਵਿੱਚ ਲੜੀਵਾਰ ਗੁਰੂ ਸ਼ਬਦ ਵਿਚਾਰ ਆਸਾ ਕੀ ਵਾਰ ਦੀ ਬਾਣੀ ਦੀ ਵਿਚਾਰ ਪ੍ਰਾਰੰਭ ਹੋ ਰਹੀ ਹੈ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਅਤੇ ਨਿਵਾਜੀ ਹੋਈ ਸਾਧ ਸੰਗਤ ਜੀਓ, ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਵਿੱਚ ਆਪ ਜੀ ਨੇ ਕੱਲ੍ਹ ਤੱਕ ਜੋ ਵਿਚਾਰ ਸਰਵਣ ਕੀਤੀ ਹੈ, ਆਸਾ ਕੀ ਵਾਰ ਦੀ ਪੌੜੀ ਨੰਬਰ 12 ਅਤੇ 13 ਤੱਕ ਵਿਚਾਰ ਹੋ ਚੁੱਕੀ ਹੈ। ਅੱਜ ਦੇ ਵਿਚਾਰ ਆਸਾ ਕੀ ਵਾਰ ਦੀ ਪੌੜੀ ਨੰਬਰ 14 ਅਤੇ 15 ਦੀ ਹੋਵੇਗੀ। ਇਹਨਾਂ ਦੋਵੇਂ ਹੀ ਪੌੜੀਆਂ ਦੇ ਨਾਲ ਜੋ ਸ਼ਲੋਕ ਦਰਜ ਹਨ, ਇਹਨਾਂ ਸ਼ਲੋਕਾਂ ਦੀ ਲੜੀਵਾਰ ਵਿਚਾਰ ਹੋਵੇਗੀ ਤੇ ਨਾਲ ਹੀ ਨਾਲ ਸ਼ੁੱਧ ਉਚਾਰਨ। ਸ਼ੁੱਧ ਉਚਾਰਨ ਗੁਰਬਾਣੀ ਦਾ ਇਸ ਕਰਕੇ ਕਰਨਾ ਜ਼ਰੂਰੀ ਹੈ ਤਾਂ ਜੋ ਅਰਥ ਸਪਸ਼ਟ ਹੁੰਦੇ ਜਾਣ ਤੇ ਜਦੋਂ ਗੁਰਬਾਣੀ ਨੂੰ ਸਹਿਜ ਭਾਵ ਦੇ ਵਿੱਚ ਵੀ ਪੜ੍ਹਿਆ ਜਾਵੇ ਤਾਂ ਸਹਿਜੇ ਹੀ ਗੁਰਬਾਣੀ ਦੇ ਅਰਥਾਂ ਦੀ ਸੋਝੀ ਵੀ ਸਾਨੂੰ ਨਾਲ ਨਾਲ ਹੁੰਦੀ ਜਾਵੇ। ਸੋ ਆਓ ਅੱਜ ਦੀ ਵਿਚਾਰ ਪ੍ਰਾਰੰਭ ਕਰਦੇ ਹਾਂ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਮੂਹ ਸੰਗਤ ਆਪਣੀ ਸੁਰਤ ਬਿਰਤੀ ਦੀ ਇਕਾਗਰਤਾ ਲਈ, ਆਪਣੇ ਆਪਣੇ ਪਰਿਵਾਰ ਅਤੇ ਸਰਬੱਤ ਦੇ ਭਲੇ ਦੇ ਲਈ ਪਿਆਰ ਦੇ ਨਾਲ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸ਼ਲੋਕ ਮਹਿਲਾ ਪਹਿਲਾ। ਸਿਮਲ ਰੁਖ ਸਰਾਏ ਰਾ ਅਤ ਦੀਰਘ ਅਤ ਮੁਚ ਓਏ ਜੇ ਆਵੈ ਆਸ ਕਰ ਜਾਹੇ ਨਿਰਾਸੇ ਕਿਤ। ਗਰੀਬ ਨਵਾਜ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ 14 ਨੰਬਰ ਪੌੜੀ ਦੇ ਨਾਲ ਆਰੰਭ ਦੇ ਸ਼ਲੋਕ ਵਿੱਚ ਫਰਮਾ ਰਹੇ ਹਨ। ਇੱਕ ਉਦਾਹਰਨ ਦੇ ਕੇ ਮਨੁੱਖ ਦੇ ਜੀਵਨ ਦੇ ਵਿੱਚ ਕੁਝ ਗੁਣ ਹੋਣੇ ਚਾਹੀਦੇ ਹਨ, ਉਹਨਾਂ ਗੁਣਾਂ ਦਾ ਜ਼ਿਕਰ ਕਰ ਰਹੇ ਨੇ। ਉਹਨਾਂ ਗੁਣਾਂ ਦੇ ਵਿੱਚ ਦਿਖਾਵਾ ਨਾ ਹੋਵੇ, ਉਹਨਾਂ ਗੁਣਾਂ ਦੇ ਵਿੱਚ ਧੋਖਾ ਦੇਣ ਵਾਲੀ ਗੱਲ ਨਾ ਹੋਵੇ। ਇਹ ਵੀ ਨਾਲ ਨਾਲ ਸੁਚੇਤ ਇਸ ਸ਼ਬਦ ਵਿੱਚ ਕਰ ਰਹੇ ਹਨ। ਤੋ ਮਨੁੱਖ ਦੀ ਗੁਰੂ ਸਾਹਿਬ ਜੀ ਨੇ ਤੁਲਨਾ ਕੀਤੀ ਸਿਮਲ ਦੇ ਦਰਖਤ ਦੇ ਨਾਲ, ਜੋ ਕਿ ਦੇਖਣ ਨੂੰ ਬਹੁਤ ਸੋਹਣਾ ਉੱਚਾ ਲੰਮਾ ਹੈ, ਪਰ ਉਸ ਦੇ ਉੱਪਰ ਆਉਣ ਵਾਲੇ ਪੰਛੀ ਨਿਰਾਸ਼ ਹੋ ਕੇ ਚਲੇ ਜਾਂਦੇ ਹਨ, ਕਿਉਂਕਿ ਉਸ ਦਰਖਤ ਦੇ ਕੋਲ ਬੜਾ ਉੱਚਾ ਲੰਬਾ ਹੋਣ ਦੇ ਬਾਵਜੂਦ ਜੋ ਪੰਛੀਆਂ ਨੂੰ ਚਾਹੀਦਾ ਹੈ ਉਹ ਨਹੀਂ ਹੈ। ਪੰਛੀਆਂ ਨੂੰ ਦਰਖਤ ਦੇ ਕੋਲ ਆਸਰਾ ਚਾਹੀਦਾ ਹੁੰਦਾ ਹੈ ਆਪਣੇ ਆਲਣਾ ਬਣਾਉਣ ਲਈ, ਘਰ ਬਣਾਉਣ ਲਈ। ਸਿਮਲ ਦੇ ਦਰਖਤ ਦੀਆਂ ਟਹਿਣੀਆਂ ਤੇ ਪੱਤੇ ਬੜੀ ਦੂਰ ਦੂਰ ਹੋਣ ਕਰਕੇ ਪੰਛੀ ਉੱਥੇ ਆਲਣਾ ਨਹੀਂ ਬਣਾ ਸਕਦੇ। ਫਿਰ ਪੰਛੀਆਂ ਨੂੰ ਦਰਖਤ ਦੇ ਉੱਪਰ ਆਉਣ ਦਾ ਦੂਸਰਾ ਕਾਰਨ ਹੈ ਕਿ ਉਹਨਾਂ ਨੂੰ ਖਾਣ ਲਈ ਭੋਜਨ ਚਾਹੀਦਾ ਹੈ, ਜੋ ਕਿ ਫਲ ਅਤੇ ਫੁੱਲ ਆਦਿਕ ਹੁੰਦੇ ਹਨ। ਪਰ ਪੰਛੀ ਜਦੋਂ ਸਿਮਲ ਦੇ ਦਰਖਤ ਕੋਲੇ ਆਏ, ਉਹਦੇ ਫਲ ਵੀ ਫਿੱਕੇ ਸਨ, ਫੁੱਲ ਵੀ ਜਿਹੜੇ ਬੱਕ-ਬੱਕੇ ਸਨ, ਤੇ ਪੱਤਿਆਂ ਦੇ ਇਕੱਠ ਨਾ ਹੋਣ ਕਰਕੇ ਉੱਥੇ ਆਲਣਾ ਵੀ ਨਹੀਂ ਸੀ ਬਣ ਸਕਦਾ। ਇਸ ਕਰਕੇ ਉਹ ਨਿਰਾਸ਼ ਹੋ ਕੇ ਚਲੇ ਗਏ। ਇਸੇ ਹੀ ਤਰ੍ਹਾਂ ਕਈ ਮਨੁੱਖ ਦੁਨੀਆ ਦੇ ਵਿੱਚ ਬਹੁਤ ਦੁਨੀਆ ਦੇ ਪਦਾਰਥਾਂ ਦੇ ਨਾਲ ਭਰਪੂਰ ਦਿਖਾਈ ਦਿੰਦੇ ਹਨ, ਪਰ ਜਦੋਂ ਕੋਈ ਲੋੜਵੰਦ ਉਹਨਾਂ ਕੋਲ ਆਸ ਰੱਖ ਕੇ ਆਉਂਦਾ ਹੈ, ਉਹਦੀ ਲੋੜ ਪੂਰੀ ਨਹੀਂ ਕਰਦੇ, ਤਾਂ ਗੁਰੂ ਸਾਹਿਬ ਜੀ ਕਹਿੰਦੇ ਹਨ ਫਿਰ ਤੇਰਾ ਲੰਮੇ ਹੋਣਾ, ਵੱਡੇ ਹੋਣਾ ਇਹ ਸਿਮਲ ਦੇ ਦਰਖਤ ਦੀ ਤਰ੍ਹਾਂ ਹੈ। ਤੇ ਅੱਜ ਦੇ ਸਿੱਖ ਨੂੰ ਵੀ ਉਪਦੇਸ਼ ਇਸ ਤੋਂ ਲੈਣਾ ਚਾਹੀਦਾ। ਕਈ ਗੁਰਸਿੱਖਾਂ ਕੋਲ ਗੁਰੂ ਸਾਹਿਬ ਨੇ ਬਹੁਤ ਦੁਨੀਆ ਦੇ ਪਦਾਰਥ ਦਿੱਤੇ ਹੈ, ਪਰ ਉਹ ਦੁਨੀਆ ਦੇ ਪਦਾਰਥ ਆਪਣੇ ਤੱਕ, ਆਪਣੇ ਪਰਿਵਾਰ ਦੇ ਵਾਧੇ ਤੱਕ ਹੀ ਸੀਮਤ ਹੋ ਕੇ ਵਰਤਦੇ ਆ। ਉਹਨਾਂ ਨਾਲ ਗੁਰਸਿੱਖ ਭਰਾਵਾਂ ਦੀ ਹੈਲਪ ਕਰਨੀ, ਸੰਸਥਾਵਾਂ ਦੀ ਹੈਲਪ ਕਰਨੀ ਜਾਂ ਆਪਣੀ ਕੌਮ ਦੇ ਭਲੇ ਲਈ ਚੱਲਣਾ, ਇਹ ਉਹਨਾਂ ਦੇ ਹਿੱਸੇ ਨਹੀਂ ਆਉਂਦਾ। ਉਹ ਵੀ ਸਿਮਲ ਦੇ ਦਰਖਤ ਤਰ੍ਹਾਂ ਹੋ ਜਾਂਦੇ ਹਨ। ਕਈ ਵਿਦਵਾਨ ਹਨ, ਉਹ ਆਪਣੀ ਵਿਦਵਤਾ ਨੂੰ ਆਪਣੇ ਤੱਕ ਸੀਮਤ ਰੱਖ ਲੈਂਦੇ ਹਨ। ਕੋਈ ਗੁਰੂ ਕੇ ਸਿੱਖਾਂ ਦੇ ਕੋਲ ਬੜਾ ਵੱਡਾ ਹੁਨਰ ਹੋਵੇ, ਉਹ ਆਪਣੇ ਹੁਨਰ ਨੂੰ ਆਪਣੇ ਤੱਕ ਸੀਮਤ ਰੱਖ ਲੈਣ, ਕੌਮ ਦੇ ਮਨੁੱਖਤਾ ਦੇ ਭਲੇ ਲਈ ਨਾ ਲੈ ਕੇ ਚੱਲਣ, ਤਾਂ ਫਿਰ ਉਹ ਸਾਰੇ ਹੀ ਇਸ ਕੈਟਾਗਰੀ ਵਿੱਚ ਆ ਜਾਂਦੇ ਹਨ। ਤੋ ਆਓ ਇਸ ਨਜ਼ਰੀਏ ਤੋਂ ਗੁਰੂ ਸਾਹਿਬ ਜੀ ਦੇ ਇਹਨਾਂ ਪਾਵਨ ਬਚਨਾਂ ਨੂੰ ਆਪਾਂ ਸਮਝਣਾ ਹੈ
आप जी फरमा रहे हैं, सिमल रुख सराए राह अत धीरग अत मुच ओए जे आवह आस कर। ओए का अर्थ है ओह, भाव पंछी। इत्थे प्रनाउन वरतिया है, इशारा किया भी वो जेड़े आउंदे हन आस कर, आशा रख के, जाहे निराशे कित, जाहे बहुवचन चाहेगा, जाहे चले जाते हैं निराशे आशा पूरी होने तो बगैर। कित का अर्थ है क्यों, क्यों चले गए, ਉਹਦਾ कारण बनया। कारण की है, गरीब नवाज अगे फरमा रहे ਹਨ, फल फिके फुल बक बके काम न आवे पत, मिठत नीवी नानका गुण चंगियाइयां तत। आप जी फरमा रहे हैं, कारण यह है कि ਉਹਦੇ फल फिके सी, फुल बक बके सन ते पत्ते भी काम नहीं आए। पत्त का अर्थ है पत्तर, पत्ते, लीव्स। तो पत्त शब्द गुरबाणी च कई अर्थों में आवेगा। पत्त शब्द आवेगा पति के रूप दे विच, ते पत्त शब्द आवेगा पत्तर के रूप च। पत्तर का अर्थ होएगा भांडा, जो जपजी साहिब दे विच आपां पाठ करते हैं, मुंदा संतोख श्रम पत झोली, जोगियां कोल पत्तर हुंदा है, उत्थे पत्त शब्द का अर्थ है पात्र, जोगियां दे कोल जिहड़ा भांडा हुंदा है। पत शब्द आवेगा इज्जत के रूप दे विच, इज्जत पत, ते पत शब्द ही आवेगा पत्तियां के रूप दे विच, किसी भी दरख्त के जो पत्ते जो लीव्स हुंदियां हन उन्हां दे रूप दे विच। तो ये आपां ने देखना भी कि संदर्भ दे विच गल चल रही है। दूजा शब्द के नाल लगियां हुई मात्रावां सानूं बहुत कुछ दसदियां ने। इत्थे खुले रूप दे विच गुरु साहब ने दो शब्द वरते, पप्पा ते तत्ता, कोई भी मात्रा नहीं रखी है। पत, पत तो अर्थ पत्तर, बहुवचन, वो भी किसी काम नहीं आते हैं। इस करके गुरु साहब जी कहते भी मैं तत्त कढ़िया, मिठत नीवी नानका। ये दो गुणों का जिक्र है। नानका है, नानका अपने आप को कह रहे हैं भी मैं दो चीज़ों का तत्त कढ़िया। मिठत का अर्थ हो गया मिठास, नीवी का अर्थ है नीवा चलना, भाव निम्रता धारण करनी, अपने जीवन के विच मिठास और निम्रता लैके आनी। गुण चंगियाइयां तत्त, सारे गुण चंगियाइयां नेकियां दा तत्त है, निचोड़ है। जिमें किसी चीज़ का निचोड़ कढ़ लिया जाता है, ये निचोड़ है कि मनुख के जीवन च मिठास अते निम्रता आ जाए। ये जरूरी है, सिमल वांगू आकड़िया ना रहे। पर ये भी गुरु साहब जी दसदे हैं कुछ भेद है, उन्होंने चंगी तरह समझना करो। सबको निवें आप को पर को निवे ना कोई, धर तारा जो तोली है निवे सो गौरा होए। इस तरह आप जी दस रहे हैं, निवन दे विच सब को निवे आपको। हर कोई अपने आप लिए तो निव जाता है, किते लोड़ होवे जरूरत पे। एक कहावत भी है ना भी जिहदे च कोई गुण नहीं उन्होंने भी कई लोग बाप बना लेंदे हन लोड़ पैण ते। तो अपने लिए हर कोई निभ जाता है, पर दूसरे दे भले लई निमरता, दूसरे का भला करन लई, जिवें भाई लद्दा जी का जिक्र आउंदा गुरु इतिहास दे विच, उन्हां दा नाम ही भाई लद्दा परोपकारी करके आ जाता है। जदों गुरु अर्जन देव महाराज सच्चे पातशाह दे दर तों भाई सत्ता जी, भाई बलवंडा जी कुछ समय लिए किसी कारण करके बेमुख हो गए। गुरु साहब ने कहा साडे मत्थे ना लगना। तो भाई लद्दा जी कैसे गुरसिख सन जिहड़े लाहौर तो आए, इन्हां गुरसिखां नूं गुरु दे नाल जोड़िया उन्होंने, चाहे अपने ते उन्हां नूं मूँह भी काला करना पिया, क्यों गुरु साहब ने कह दिता सी जिहड़ा लैके आवेगा उहदा असीं मुख काला करांगे। पर भाई लद्दा जी ने कहा भी मेरा मुख काला हुंदा हो जाए, पर कोई गुरु दे नाल जुड़ जाए तो मेरा जन्म सफल हो जाएगा। गुरु अर्जन देव ने शाबाश दिती। इहो जिहा गुरसिखां दे अंदर उन्हां दे अंदर भावना होनी चाहिए है दूसरे का भला करने लई। इसे ही तरह जदों गुरु तेग बहादुर महाराज जी को प्रगट करने का समा आया तो इतिहास जिक्र करता है भाई मक्खन शाह लुबाणा, गुरु साहब ने उन्होंने भी यही कहा सी भाई साहब कोई गल नहीं, तुहानूं पता लग गया भी गुरु नानक की जोत इत्थे वरत रही है, रौला ना पाओ। तो भाई मक्खन शाह ने फिर भी कहा भी नहीं गुरु साहब सिख का काम है संगत नूं गुरु नाल जोड़ना, तो मैं तो दसांगा। तो उन्होंने परोपकार किया उच्चे चढ़ के, ये फिर आवाज़ दी भुलिए संगते गुरु लभ गया है, साचा गुरु ला दो रे, साचा गुरु ला दो रे।
ਉਹਦੀ ਆਵਾਜ਼ ਵਿੱਚ ਗੁਰੂ ਨੇ ਇੰਨੀ ਕੁ ਬਰਕਤ ਪਾ ਦਿੱਤੀ ਵੀ ਸੰਗਤਾਂ ਗਰੀਬ ਨਵਾਜ ਪਾਤਸ਼ਾਹ ਵੱਲ ਨੂੰ ਆ ਗਈਆਂ ਤੇ ਝੂਠੇ ਗੁਰੂਆਂ ਨੂੰ ਉੱਥੋਂ ਜਾਣਾ ਪਿਆ। ਤੋ ਇਸ ਤਰ੍ਹਾਂ ਪਰ ਉਪਕਾਰ ਦੇ ਲਈ ਆਪਣੇ ਆਪੇ ਨੂੰ ਅੱਗੇ ਲੈ ਕੇ ਆਉਣਾ ਇਹੋ ਜਿਹਾ ਨਹੀਂ ਕੋਈ ਕਰਦਾ। ਆਪਣੇ ਆਪ ਲਈ ਤਾਂ ਹਰ ਕੋਈ ਨਿਭ ਜਾਂਦਾ ਹੈ। ਤਾਂ ਗੁਰੂ ਸਾਹਿਬ ਦੱਸਦੇ ਹਨ ਵੀ ਨਿਮਰਤਾ ਦਾ ਗੁਣ ਤੇ ਮਿਠਾਸ ਦਾ ਗੁਣ ਉਦੋਂ ਕੰਪਲੀਟ ਮੰਨਿਆ ਜਾ ਸਕਦਾ ਹੈ ਜਦੋਂ ਦੂਸਰੇ ਦੇ ਲਈ ਵੀ ਉੱਦਾਂ ਦਾ ਹੀ ਨੇਚਰ ਬਣਾ ਕੇ ਰੱਖਿਆ ਜਾਏ ਜਿਹੋ ਜਿਹਾ ਬੰਦਾ ਆਪਣੇ ਲਈ ਬਣਾਉਂਦਾ ਹੈ। ਤੇ ਤਰਾਜੂ ਵਿੱਚ ਤੱਕੜੀ ਵਿੱਚ ਧਰ ਕੇ ਜੇ ਤੋਲਿਆ ਜਾਵੇ ਤਾਂ ਜਿਹੜਾ ਪੱਲੜਾ ਨੀਵਾਂ ਹੁੰਦਾ ਹੈ ਉਸ ਨੂੰ ਹੀ ਭਾਰਾ ਮੰਨਿਆ ਜਾਂਦਾ ਹੈ। ਇਹ ਗੁਰੂ ਸਾਹਿਬ ਨੇ ਇੱਕ ਐਗਜ਼ਾਮਪਲ ਦੇਣੀ ਕੀਤੀ ਹੈ। ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ, ਸੀਸ ਨਿਵਾਇਐ ਕਿਆ ਥੀਐ ਜਾ ਹਿਰਦੈ ਕਸੁੱਧੇ ਜਾਹੇ। ਪਰ ਨਿਮਨ ਦੇ ਵੇਲੇ ਵੀ ਧਿਆਨ 'ਚ ਰੱਖਣਾ। ਕਈ ਲੋਕੀ ਜਿਹੜੇ ਜ਼ਿਆਦਾ ਨਿਭਦੇ ਹਨ, ਗੁਰੂ ਸਾਹਿਬ ਕਹਿੰਦੇ ਵੀ ਕੱਲਾ ਨਿਮਨ ਦਾ ਅਰਥ ਫਿਜ਼ੀਕਲੀ ਆਪਣੇ ਸਰੀਰ ਨੂੰ ਝੁਕਾ ਲੈਣਾ ਨਹੀਂ ਹੈ। ਫਿਜ਼ੀਕਲੀ ਸਰੀਰ ਨੂੰ ਝੁਕਾਉਣ ਲਈ ਤਾਂ ਜਿਹੜਾ ਹੰਤਾ ਸ਼ਿਕਾਰੀ ਹੈ ਉਹ ਜਦੋਂ ਹਿਰਨ ਨੂੰ ਮਾਰਦਾ ਹੈ, ਕੋਈ ਵੀ ਜਦੋਂ ਕਿਸੇ ਜਾਨਵਰ ਨੂੰ ਸ਼ਿਕਾਰ ਕਰਦਾ ਹੈ, ਆਪਣੇ ਨਿਸ਼ਾਨੇ ਨੂੰ ਬੰਨ੍ਹਣ ਵੇਲੇ ਆਪਣੀ ਗਰਦਨ ਨੂੰ ਬੰਦੂਕ ਦੇ ਉੱਪਰ ਜਾਂ ਤੀਰ ਕਮਾਨ ਦੇ ਉੱਪਰ ਝੁਕਾ ਲੈਂਦਾ ਹੈ ਤੇ ਆਪਣੀ ਨਿਗਾਹ ਨੂੰ ਆਪਣੀ ਗੋਲੀ ਦੇ ਜਾਂ ਤੀਰ ਦੇ ਨਾਲ ਐਂ ਸਿੱਧਾ ਸਟ੍ਰੇਟ ਆਪਣੇ ਨਿਸ਼ਾਨੇ ਵੱਲ ਨੂੰ ਕਰਦੇ ਹੁੰਦਾ। ਸਰੀਰ ਵੀ ਬੈਂਡ ਹੋ ਜਾਂਦਾ, ਝੁਕ ਜਾਂਦਾ ਹੈ। ਕਈ ਵਾਰੀ ਗੋਡੇ ਵੀ ਜ਼ਮੀਨ ਤੇ ਲੱਗੇ ਹੋਏ ਹੁੰਦੇ ਹਨ। ਬੈਠ ਕੇ ਵੀਰ ਆਸਣ ਹੋ ਕੇ ਕੋਈ ਸ਼ਿਕਾਰ ਕਰਦਾ ਹੈ ਤਾਂ ਇਸ ਨੂੰ ਨਿਮਣਾ ਨਹੀਂ ਮੰਨਿਆ ਜਾ ਸਕਦਾ। ਕਈ ਲੋਕੀ ਦੂਜੇ ਦੇ ਅੱਗੇ ਝੁਕਦੇ ਹੀ ਇਸ ਕਰਕੇ ਹਨ ਤਾਂ ਜੋ ਇਹਦਾ ਨੁਕਸਾਨ ਕਰ ਸਕੀਏ, ਤਾਂ ਇਸ ਨੂੰ ਨਿਮਣਾ ਨਹੀਂ ਮੰਨਿਆ ਜਾ ਸਕਦਾ। ਇਹ ਕਪਟ ਹੈ। ਸੀਸ ਨਿਵਾਇਆ ਕਿਆ ਥੀਐ, ਕੱਲਾ ਸੀਸ ਝੁਕਾਇਆ ਕੀ ਹੋਵੇਗਾ, ਜਾਂ ਹਿਰਦੈ ਕਸੁੱਧੇ ਜਾਹੇ। ਜਾਂ ਇੱਥੇ ਆਪਾਂ ਉਚਾਰਨ ਕਰਾਂਗੇ ਜਦੋਂ ਕਿ ਮਨ ਦੀ ਕਸੁੱਧਤਾ ਸ਼ੁੱਧ ਹੋ ਗਿਆ, ਮਨ ਦੀ ਪਿਓਰਟੀ ਸ਼ੁੱਧਤਾ ਕਸੁੱਧ ਹੋ ਗਿਆ ਜਿੱਥੇ ਮਨ ਦੇ ਵਿੱਚ ਬੇਈਮਾਨੀ ਹੈ। ਜਾਹੇ ਦਾ ਅਰਥ ਹੈ ਜੀਵ ਜਾਂਦੇ ਆ, ਜਦੋਂ ਮਨ ਵਿੱਚ ਕਪਟ ਲੈ ਕੇ ਜਾਂਦੇ ਆ। ਕੱਲਾ ਇਸ ਤਰ੍ਹਾਂ ਸਰੀਰ ਝੁਕਾਉਣ ਨਾਲ ਕੁਝ ਨਹੀਂ ਬਣਦਾ ਹੈ। ਇਹਨੂੰ ਹੁਣ ਆਪਾਂ ਝਾਤੀ ਮਾਰਨੀ ਆਪਣੇ ਮਨਾਂ ਦੇ ਵਿੱਚ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਝੁਕਦੇ ਹਾਂ ਤਾਂ ਫਿਰ ਉਸ ਵੇਲੇ ਦੇਖਣਾ ਹੈ ਵੀ ਇਹ 'ਚ ਕਪਟ ਤੇ ਨਹੀਂ ਹੈ। ਜਿਹੜਾ ਸਿਰ ਅਸੀਂ ਗੁਰੂ ਸਾਹਿਬ ਅੱਗੇ ਝੁਕਾ ਰਹੇ ਹਾਂ ਕਿ ਉਸ ਸਿਰ ਨੂੰ ਅਸੀਂ ਜਦੋਂ ਲੋੜ ਪੈਂਦੀ ਥਾਂ ਥਾਂ ਤੇ ਉੱਪਰ ਝੁਕਾਉਂਦੇ ਫਿਰਦੇ ਹਾਂ ਜਾਂ ਗੁਰੂ ਨੂੰ ਸਮਰਪਿਤ ਹੋਏ ਹਾਂ ਅਸੀਂ। ਤਾਂ ਇਹ ਬਹੁਤ ਗੱਲਾਂ ਨੇ ਜਿੱਥੇ ਗੁਰੂ ਸਾਹਿਬ ਕਹਿੰਦੇ ਨੇ ਕਪਟ ਨਾਲ ਨਹੀਂ ਗੱਲ ਬਣੇਗੀ, ਤੁਹਾਡੇ ਅੰਦਰਲੇ ਮਨ ਨੂੰ ਝੁਕਣਾ ਪਏਗਾ। ਉਹਨੂੰ ਝੁਕਣਾ ਸੰਪੂਰਨ ਮੰਨਿਆ ਜਾ ਸਕਦਾ ਹੈ। ਨਿਮਰਤਾ ਤੇ ਮਿਠਾਸ ਤੁਹਾਡੇ ਜੀਵਨ ਦਾ ਗੁਣ ਬਣੇ ਤੇ ਉਹਦੇ ਲਈ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਤੁਸੀਂ ਹੋਵੋ, ਚਾਹੇ ਆਪਣੇ ਲਈ ਚਾਹੇ ਕਿਸੇ ਦੂਸਰੇ ਲਈ, ਉਹ ਗੁਣ ਤੁਹਾਡੇ ਨਾਲ ਨਾਲ ਚੱਲਣ, ਫਿਰ ਇਹ ਤੁਹਾਡੇ ਜੀਵਨ ਦਾ ਹਿੱਸਾ ਬਣ ਕੇ ਚੱਲਦੇ ਆ ਤਾਂ ਸਫਲ ਹੈ। ਅਦਰਵਾਈਜ਼ ਇਹ ਦਿਖਾਵਾ ਤੇ ਪਖੰਡ ਹੋ ਸਕਦਾ ਹੈ। ਹਾਂਜੀ। ਮਹਿਲਾ ਪਹਿਲਾ। ਪੜ੍ਹ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗੁਲ ਸਮਾਦੰ, ਮੁਖ ਝੂਠ ਬਿਭੂਖਣ ਸਾਰੰ, ਤ੍ਰੈਪਾਲ ਤਿਹਾਲ ਵਿਚਾਰੰ। ਤੋ ਇਹ ਜਿਹੜਾ ਸ਼ਲੋਕ ਹੈ ਸਾਧ ਸੰਗਤ, ਇਹ ਸ਼ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ 2 ਵਾਰੀ ਆਉਂਦਾ ਹੈ। ਦੂਸਰੀ ਵਾਰੀ ਇਹ ਸ਼ਲੋਕ ਜਿੱਥੇ ਆਵੇਗਾ, ਪਹਿਲੀ ਵਾਰੀ ਆਸਾ ਕੀ ਵਾਰ ਦੇ ਵਿੱਚ, ਦੂਸਰੀ ਵਾਰੀ ਜਦੋਂ ਸ਼ਲੋਕ ਸਹਿਸਕ੍ਰਿਤੀ ਆਰੰਭ ਹੁੰਦੇ ਹਨ, ਜਿਹਨੂੰ ਸਹਿਸਕ੍ਰਿਤੀ ਬਾਣੀ ਕਹਿੰਦੇ ਆਪਾਂ, ਉੱਥੇ ਆਵੇਗਾ। ਸਹਿਸਕ੍ਰਿਤੀ ਬਾਣੀ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੈ, ਪਰ ਉਸ ਤੋਂ ਅੱਗੇ ਕੁਝ ਸ਼ਲੋਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਆਉਂਦੇ ਹਨ ਤੇ ਉੱਥੇ ਵੀ ਇਹ ਸ਼ਲੋਕ ਦਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਅੰਗ ਹੈ 1353 ਤੇ 1353 ਇੱਕ ਐਸਾ ਅੰਗ ਹੈ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਇੱਕ ਬਹੁਤ ਧਿਆਨਯੋਗ ਇੱਕ ਹੋਰ ਬਖਸ਼ਿਸ਼ ਗੁਰੂ ਨੇ ਕੀਤੀ ਹੋਈ ਹੈ। ਉਹ ਬਖਸ਼ਿਸ਼ ਕਿਹੜੀ ਹੈ? 1353 ਅੰਗ ਗੁਰੂ ਗ੍ਰੰਥ ਸਾਹਿਬ ਦਾ ਐਸਾ ਅੰਗ ਹੈ ਜਿੱਥੇ ਮੂਲ ਮੰਤਰ ਦਾ ਪਾਠ 2 ਵਾਰੀ ਆਉਂਦਾ ਇੱਕ ਅੰਗ ਦੇ ਉੱਪਰ। ਪੂਰੇ ਗੁਰੂ ਗ੍ਰੰਥ ਸਾਹਿਬ 'ਚ ਇੱਕੋ ਅੰਗ ਦੇ ਉੱਪਰ 2 ਵਾਰੀ ਮੂਲ ਮੰਤਰ ਦਾ ਪਾਠ ਆਉਂਦਾ ਹੈ 1353 ਅੰਗ ਦੇ ਉੱਪਰ। ਉੱਥੇ ਵੀ ਗੁਰੂ ਸਾਹਿਬ ਜੀ ਨੇ ਸ਼ਲੋਕ ਦਰਜ ਕੀਤਾ ਹੈ, ਪਰ ਉੱਥੇ ਥੋੜਾ ਉਚਾਰਨ ਦਾ ਫਰਕ ਹੈ। ਤਾਂ ਆਪਾਂ ਜੋ ਆਸਾ ਕੀ ਵਾਰ ਦਾ ਉਚਾਰਨ ਹੈ ਉਹਦੇ ਅਕੋਰਡਿੰਗ ਹੀ ਵਿਚਾਰ ਕਰਾਂਗੇ। ਤਾਂ ਆਪ ਜੀ ਇਸ ਸ਼ਲੋਕ ਦੇ ਵਿੱਚ ਇੱਕ ਧਾਰਮਿਕ ਮਨੁੱਖ ਦਾ ਜ਼ਿਕਰ ਕਰ ਰਹੇ ਹਨ ਜੋ ਕਰਮ ਕਾਂਡਾਂ ਵਿੱਚ ਪਿਆ ਹੋਇਆ ਹੈ। ਕਰਮ ਕਾਂਡਾਂ ਨੂੰ ਹੀ ਸਾਰਾ ਕੁਝ ਮੰਨਦਾ ਹੈ ਤੇ ਉਹਦੇ ਵਿੱਚ ਹੀ ਦਿਨ ਰਾਤ ਲੱਗਿਆ ਰਹਿੰਦਾ ਹੈ। ਪਰ ਗੁਰੂ ਸਾਹਿਬ ਜੀ ਇਸ ਸ਼ਲੋਕ 'ਚ ਦੱਸਦੇ ਨੇ ਵੀ ਅਸਲ ਗੱਲ ਹੈ
ਇਹ ਸਾਧਨ ਨੇ, ਇਹਨਾਂ ਦੇ ਜਰੀਏ ਅਸਲ ਗੱਲ ਅਸੀਂ ਆਪਣੇ ਮਨ ਨੂੰ ਵਾਹਿਗੁਰੂ ਦੇ ਪਰਮਾਤਮਾ ਦੇ ਸਿਮਰਨ ਵਿੱਚ ਲਾਉਣਾ। ਜੇ ਤੇ ਉਹ ਲਗਾ ਲੈਂਦਾ ਹੈ ਤਾਂ ਤੇ ਠੀਕ ਹੈ, ਪੌੜੀ ਤੇ ਚੜ੍ਹਿਆ ਸੀ ਤੇ ਅੱਗੇ ਮੰਜ਼ਿਲ ਤੇ ਪਹੁੰਚ ਗਿਆ। ਗਿਆਨ ਹੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤੋ ਕਰਮ ਹੈ ਨਾਸ਼। ਫਲ ਕਾਰਨ ਫੂਲੀ ਬਨ ਰਾਏ, ਫਲ ਲਾਗਾ ਤਬ ਫੂਲ ਬਿਲਾਏ। ਬਨਸਪਤੀ ਨੂੰ, ਦਰਖਤਾਂ ਨੂੰ ਪਹਿਲਾਂ ਫੁੱਲ ਲੱਗਦੇ ਹੈ, ਫਿਰ ਉਹਨਾਂ ਤੋਂ ਫਲ ਬਣ ਜਾਂਦਾ ਹੈ। ਫੁੱਲ ਲੱਗਣਾ ਵੱਖਰਾ ਇੱਕ ਸਟੈਪ ਹੈ, ਪ੍ਰਾਇਮਰੀ ਸਟੈਪ ਹੈ, ਤੇ ਉਸ ਤੋਂ ਅੱਗੇ ਫਲ ਲੱਗਣਾ ਉਹਦਾ ਰਿਜ਼ਲਟ ਹੈ। ਪਰ ਜੇ ਇੱਥੇ ਹੀ ਸੀਮਤ ਹੋ ਗਏ, ਫੁੱਲ ਤੱਕ ਹੀ, ਫਲ ਤੱਕ ਨਾ ਪਹੁੰਚੇ, ਤਾਂ ਉਹ ਕੇਵਲ ਅੱਖਾਂ ਨੂੰ ਦੇਖਣ ਨੂੰ ਸੋਹਣਾ ਲੱਗ ਸਕਦਾ ਹੈ, ਉਹ ਭੁੱਖ ਨਹੀਂ ਮਿਟਾਏਗਾ। ਕਰਮ ਹਰ ਇੱਕ ਧਰਮ ਦੇ ਵਿੱਚ ਆਪੋ ਆਪਣੇ ਹੁੰਦੇ ਹਨ, ਤੇ ਜੇ ਉਹ ਕਰਮਾਂ ਤੱਕ ਹੀ ਕੋਈ ਸੀਮਤ ਹੋ ਕੇ ਰਹਿ ਜਾਂਦਾ ਹੈ, ਅਸਲ ਗੱਲ ਤੱਕ ਨਹੀਂ ਪਹੁੰਚਦਾ, ਤਾਂ ਉਹ ਕਰਮ ਕਾਂਡ ਬਣ ਜਾਂਦੇ ਹਨ, ਦਿਖਾਵਾ ਬਣ ਜਾਂਦਾ ਹੈ, ਤੇ ਉਹਨਾਂ ਦੇ ਜ਼ਰੀਏ ਸਮਾਜ ਦਾ ਲੁਕਾਈ ਦਾ ਕੋਈ ਭਲਾ ਨਹੀਂ ਹੁੰਦਾ ਹੈ। ਤੇ ਇਸ ਗੱਲ ਵੱਲ ਗੁਰੂ ਸਾਹਿਬ ਜੀ ਇਸ ਸ਼ਬਦ ਵਿੱਚ ਸੁਚੇਤਤਾ ਦੇ ਰਹੇ ਹਨ। ਇੱਕ ਮਨੁੱਖ ਜੋ ਧਰਮੀ ਹੈ, ਧਰਮ ਦੇ ਕਰਮ ਕਰ ਰਿਹਾ, ਬ੍ਰਾਹਮਣ ਦਾ ਜ਼ਿਕਰ ਕੀਤਾ ਹੈ, ਹਿੰਦੂ ਧਰਮ ਦਾ ਜ਼ਿਕਰ ਕੀਤਾ ਹੈ। ਆਪ ਜੀ ਫਰਮਾ ਰਹੇ ਹਨ, ਪੜ੍ਹ ਪੁਸਤਕ ਸੰਧਿਆ ਬਾਦੰ। ਬਾਦੰ ਕੱਲ੍ਹ ਵੀ ਵਿਚਾਰ ਕੀਤੀ ਸੀ, ਲਾਸਟ ਵਾਲੇ ਅੱਖਰ ਦੇ ਵਿੱਚ ਜਦੋਂ ਟਿੱਪੀ ਆਉਂਦੀ ਹੈ, ਉਹਦੀ ਆਵਾਜ਼ ਆਪਾਂ ਨੰਗੇ ਦੀ ਤਰ੍ਹਾਂ ਦੇਣੀ ਹੈ। ਇੱਕ ਧਰਮੀ ਕਹਾਉਣ ਵਾਲਾ ਮਨੁੱਖ ਪੁਸਤਕਾਂ ਪੜ੍ਹਦਾ ਹੈ, ਸੰਧਿਆ ਕਰਦਾ ਹੈ। ਸੰਧਿਆ ਦਾ ਅਰਥ ਹੁੰਦਾ ਸੰਧੀ, ਦੋ ਟਾਈਮ, ਸਵੇਰ ਅਤੇ ਸ਼ਾਮ ਦੀ ਸੰਧੀ ਹੈ। ਵਾਹਿਗੁਰੂ ਸਵੇਰੇ ਰਾਤ ਦੀ ਅਤੇ ਸਵੇਰ ਦੀ ਸੰਧੀ ਹੈ, ਦੋ ਟਾਈਮ ਦਾ ਇੱਕ ਟਾਈਮ ਹੈ। ਉਦੋਂ ਆਪਣਾ ਧਰਮ ਦਾ ਪਾਠ ਜਾਪ ਕਰਨਾ, ਫਿਰ ਦੁਪਹਿਰ ਦੇ ਵੇਲੇ ਦਿਨ ਦਾ ਪਹਿਲਾ ਹਿੱਸਾ ਤੇ ਦੂਸਰਾ ਹਿੱਸਾ ਆਪਸ ਵਿੱਚ ਮਿਲਦੇ ਆ ਉਦੋਂ, ਤੇ ਸ਼ਾਮ ਨੂੰ ਫਿਰ ਜਦੋਂ ਦਿਨ ਖਤਮ ਹੋ ਰਿਹਾ, ਰਾਤ ਸ਼ੁਰੂ ਹੋ ਰਹੀ ਹੈ, ਫਿਰ ਸੰਧੀ ਹੈ। ਤਾਂ ਉਹ ਸੰਧੀ ਦੇ ਵੇਲੇ ਆਪਣੇ 3 ਟਾਈਮ ਦਿਨ ਦੇ ਵਿੱਚ ਆਪਣੇ ਧਰਮ ਦੀਆਂ ਪੁਸਤਕਾਂ ਨੂੰ ਪੜ੍ਹਦਾ ਹੈ, ਪਰ ਪੜ੍ਹ ਕੇ ਉਹਨਾਂ 'ਚੋਂ ਕੁਝ ਪ੍ਰਾਪਤ ਕਰਨ ਦੀ ਥਾਂ ਤੇ ਵਾਦ ਵਿਵਾਦ ਕਰਨ ਵਾਲੇ ਪਾਸੇ ਨੂੰ ਰੁਚੀ ਰੱਖਦਾ ਹੈ। ਸਿਲ ਪੂਜਸ ਬਗਲ ਸਮਾਦਨ। ਸਿਲ ਕਹਿੰਦੇ ਨੇ ਪੱਥਰ, ਸਿਲਾ, ਇਹਦਾ ਭਾਵ ਹੈ ਮੂਰਤੀ ਦੀ ਪੂਜਾ। ਪੱਥਰ ਦੀ ਮੂਰਤੀ ਦੀ ਪੂਜਾ ਕਰਦਾ ਹੈ, ਪਰ ਉੱਥੇ ਵੀ ਮਨ ਵਿੱਚ ਬੇਈਮਾਨੀ ਹੈ। ਬਗਲ ਸਮਾਦਨ, ਬਗਲੇ ਦੀ ਤਰ੍ਹਾਂ ਸਮਾਧੀ ਲਾਈ ਹੋਈ ਹੈ। ਬਗਲਾ ਪਾਣੀ ਦੇ ਵਿੱਚ ਇਕਾਂਤ ਹੋ ਕੇ ਖੜਾ ਹੁੰਦਾ ਤਾਂ ਜੋ ਮੱਛੀ ਨੂੰ ਪਕੜ ਸਕੇ। ਇਸੇ ਹੀ ਤਰ੍ਹਾਂ ਸਮਾਧੀ ਲਾਈ ਹੋਈ ਹੈ ਵੀ ਲੋਕ ਮੈਨੂੰ ਦੇਖ ਕੇ ਮੈਨੂੰ ਧਰਮੀ ਕਹਿਣ, ਲੋਕਾਂ ਨੂੰ ਦਿਖਾਉਣ ਲਈ ਇਹ ਕੰਮ ਕਰਦਾ ਹੈ। ਗਲ ਮਾਲਾ ਤਿਲਕ ਲਿਲਾਟੰ, ਦੋਏ ਧੋਤੀ ਬਸਤਰ ਕਪਾਟੰ। ਤੇ ਮੂੰਹ ਤੋਂ ਝੂਠ ਬੋਲਦਾ ਹੈ। ਵਿਭੂਖਣ ਸਾਰੰ, ਵਿਭੂਖਣ ਕਹਿੰਦੇ ਨੇ ਗਹਿਣਿਆਂ ਨੂੰ। ਜਿਵੇਂ ਗਹਿਣੇ ਹੁੰਦੇ ਹਨ, ਉਵੇਂ ਸਜਾ ਕੇ ਝੂਠ ਬੋਲਦਾ ਹੈ। ਉਹਦੀਆਂ ਗੱਲਾਂ ਇਹ ਲੱਗਦਾ ਵੀ ਬਹੁਤ ਵਧੀਆ ਬੋਲ ਰਿਹਾ, ਬੜਾ ਸੱਚਾ ਹੋਵੇਗਾ। ਤ੍ਰੈਪਾਲ ਤੇ ਹਾਲ ਵਿਚਾਰਨ। ਤ੍ਰੈਪਾਲ 3 ਪਾਲਾਂ ਵਾਲਾ, 3 ਸਮੇਂ ਗਾਇਤਰੀ ਮੰਤਰ ਪੜ੍ਹਦਾ ਹੈ। ਗਾਇਤਰੀ ਮੰਤਰ 4 ਪਾਲਾਂ 'ਚ ਨਹੀਂ ਹੈ। 4 ਪਾਲਾਂ ਦਾ ਭਾਵ ਕੀ ਹੁੰਦਾ? ਜਿਵੇਂ ਆਪਾਂ ਚੌਪਈ ਦਾ ਪਾਠ ਕਰਦੇ ਹਾਂ, ਚੌਪਈ 'ਚ 4-4 ਪੰਗਤੀਆਂ ਦੀ ਇੱਕ ਪੌੜੀ ਆਉਂਦੀ ਰਹੇਗੀ। ਹਮਰੀ ਕਰੋ ਹਾਥ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। 4 ਪੰਕਤੀਆਂ 'ਚ ਇੱਕ ਪੌੜੀ ਕੰਪਲੀਟ ਹੋ ਗਈ, ਉਹ ਚੌਪਾਲ ਹੋ ਗਿਆ ਹੋ, ਜਾਂ ਚੌਪਈ ਹੋ ਗਈ 4 ਪੈਰਾਂ ਵਾਲੀ। ਪਰ ਜਿਹੜਾ ਗਾਇਤਰੀ ਮੰਤਰ ਹੈ, ਇਹ ਤ੍ਰੈਪਾਲ ਹੈ, 3 ਬੰਧਨ ਇਹਦੇ, ਚੌਥਾ ਇਹਦਾ ਹੈ ਨਹੀਂ। ਇਹ ਮੰਤਰ ਦੀ ਇਸ ਤਰ੍ਹਾਂ ਦੀ ਇਹਦੀ ਰਚਨਾ, ਤੋ 3 ਲਾਈਨਾਂ ਦੇ ਵਿੱਚ ਜਿਵੇਂ ਕੋਈ ਚੀਜ਼ ਹੋਵੇ, ਤੋ 3 ਪੰਕਤੀਆਂ ਵਾਲਾ, 3 ਪਾਲਾਂ ਵਾਲਾ, 3 ਸਮੇਂ ਤੇ ਇਹ ਮੰਤਰ ਪੜ੍ਹਦਾ ਹੈ ਤੇ ਆਪਣੇ ਧਰਮ ਦੀਆਂ ਗੱਲਾਂ ਦੀ ਵਿਚਾਰ ਕਰਦਾ ਹੈ। ਗਲ ਵਿੱਚ ਮਾਲਾ ਵੀ ਪਾ ਲੈਂਦਾ ਹੈ, ਮੱਥੇ ਤੇ ਤਿਲਕ ਵੀ ਲਗਾ ਲੈਂਦਾ ਹੈ। 2 ਧੋਤੀਆਂ ਵੀ ਰੱਖੀਆਂ ਹੋਈਆਂ ਹਨ, ਤੇ ਇੱਕ ਇਸ਼ਨਾਨ ਕਰਕੇ ਸੁੱਚੀ ਧੋਤੀ ਪੂਜਾ ਆਦਿਕ ਲਈ ਪਾਉਣੀ, ਇੱਕ ਆਪਣੇ ਦੁਨੀਆ ਦੇ ਕੰਮਾਂ ਲਈ ਪਾਉਣੀ। ਬਸਤਰ ਕਪਾਟਨ, ਕਪਾਟ ਕਹਿੰਦੇ ਨੇ ਸਿਰ ਦੇ ਉੱਪਰ ਪੂਜਾ ਕਰਨ ਵੇਲੇ ਬਸਤਰ ਵੀ ਰੱਖ ਲੈਂਦਾ ਹੈ, ਜਾਂ ਪੱਗ ਆਦਿਕ ਬੰਨ੍ਹ ਲੈਣੀ, ਜਾਂ ਉੱਦਾਂ ਕੱਪੜੇ ਨਾਲ ਸਿਰ ਢੱਕ ਲੈਣਾ, ਜੋ ਕਿ ਇੱਕ ਸਤਿਕਾਰ ਦਾ ਚਿੰਨ੍ਹ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਇਹ ਧਰਮੀ ਕਹਾਉਣ ਵਾਲਾ ਮਨੁੱਖ ਆਪਣੇ ਵੱਖ-ਵੱਖ ਧਰਮ ਦੇ ਕਰਮ ਕਰਦਾ ਹੈ। ਜੀ ਜਾਣਸ ਬ੍ਰਹਮੰ ਕਰਮੰ, ਸਭ ਫੋਕਟ ਨਿਹਚੋ ਕਰਮੰ। ਕਹੋ ਨਾਨਕ ਨਿਹਚੋ ਧਿਆਵੈ,
ਵਿਨ ਸਤਿਗੁਰ ਵਾਟ ਨਾ ਪਾਵੈ। ਆਪ ਜੀ ਫਰਮਾਉਂਦੇ ਹਨ, ਜੇ ਜਾਣਸ ਬ੍ਰਹਮੰ ਕਰਮੰ, ਜੇ ਇਹ ਜਾਣਦਾ ਹੋਵੇ ਕਿ ਬ੍ਰਹਮ ਨੂੰ ਜਾਣਨ ਦਾ ਅਸਲ ਕਰਮ ਕੀ ਹੈ, ਸਭ ਫੋਕਟ ਨਿਹਚੋ ਕਰਮੰ, ਨਿਹਚੋ ਦਾ ਅਰਥ ਹੈ ਨਿਸ਼ਚਾ ਕਰਕੇ, ਯਕੀਨਨ ਹੀ ਇਹਨੂੰ ਪਤਾ ਲੱਗ ਜਾਏਗਾ ਵੀ ਜਿਹੜੇ ਮੈਂ ਕਰਮ ਕਰ ਰਿਹਾ ਫੋਕਟ ਨੇ, ਇਹਨਾਂ ਦੇ ਜ਼ਰੀਏ ਬ੍ਰਹਮ ਨੂੰ ਜਾਣਿਆ ਨਹੀਂ ਜਾ ਸਕਦਾ ਹੈ। ਤੋ ਨਿਸ਼ਚਾ ਕਿਸ ਵਿੱਚ ਕਰਨਾ ਹੈ? ਕਹੋ ਨਾਨਕ ਨਿਸ਼ਚੋ ਧਿਆਵੈ। ਹੈ ਨਾਨਕ ਇਹ ਗੱਲ ਕਹਿ ਕਿ ਜਿਹੜਾ ਨਿਸ਼ਚੇ ਦੇ ਨਾਲ, ਨਿਸ਼ਚਾ ਅਰਥ ਹੋ ਗਿਆ ਵਿਸ਼ਵਾਸ, ਭਰੋਸਾ, ਭਰੋਸੇ ਤੇ ਵਿਸ਼ਵਾਸ ਦੇ ਨਾਲ ਧਿਆਉਂਦਾ ਹੈ, ਜਪਦਾ ਹੈ, ਉਹ ਹੀ ਅਸਲ ਪਰਮਾਤਮਾ ਦੇ ਤੱਕ ਪਹੁੰਚਦਾ, ਉਹਦੀਆਂ ਬਖਸ਼ਿਸ਼ਾਂ ਦਾ ਪਾਤਰ ਬਣਦਾ ਹੈ। ਵਿਣ ਸਤਿਗੁਰ ਵਾਟ ਨਾ ਪਾਵੈ। ਪਰ ਗੁਰੂ ਤੋਂ ਬਗੈਰ ਇਹ ਵਾਟ, ਇਹ ਰਸਤਾ ਲੱਭਦਾ ਨਹੀਂ ਹੈ। ਗੁਰੂ ਤੋਂ ਬਗੈਰ ਇਹ ਗੱਲਾਂ ਦਾ ਪਤਾ ਨਹੀਂ ਲੱਗਦਾ। ਆਮ ਸਧਾਰਨ ਲੋਕ ਕਰਮ ਕਾਂਡਾਂ ਵਿੱਚ ਹੀ ਉਲਝ ਜਾਂਦੇ ਹਨ। ਪੌੜੀ ਕੱਪੜ ਰੂਪ ਸੁਹਾਵਨਾ, ਛੱਡ ਦੁਨੀਆ ਅੰਦਰ ਜਾਵਨਾ। ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਨਾ। ਹੁਕਮ ਕੀਏ ਮਨ ਭਾਵਦੇ, ਰਾਹ ਭੀੜੈ ਅੱਗੇ ਜਾਵਨਾ। ਨੰਗਾ ਦੋਜ਼ਕ ਚਾਲਿਆ, ਤਾਂ ਦਿਸੈ ਖਰਾ ਡਰਾਵਨਾ। ਕਰ ਔਗਣ ਪਛੁਤਾਵਨਾ। ਤੋ ਇਸ ਸ਼ਲੋਕ ਦੇ ਵਿੱਚ ਜਿਹੜਾ ਪਹਿਲਾਂ ਵਿਚਾਰਿਆ, ਗੁਰਬਾਣੀ ਦੇ ਵਿੱਚ ਵਚਨ ਆਉਂਦਾ, ਪਰਥਾਏ ਸਾਖੀ ਮਹਾਂਪੁਰਖ ਬੋਲਦੇ। ਸਪੈਸ਼ਲੀ ਕਿਸੇ ਇੱਕ ਧਰਮ ਦੇ ਬੰਦੇ ਨੂੰ ਟਾਰਗੇਟ ਕਰਕੇ ਉੱਥੋਂ ਤੱਕ ਗੱਲ ਸੀਮਤ ਨਹੀਂ ਕੀਤੀ ਹੈ, ਕਿਉਂਕਿ ਉਸ ਵੇਲੇ ਗੁਰੂ ਸਾਹਿਬ ਦੇ ਸਾਹਮਣੇ ਤਿੰਨ ਤਰ੍ਹਾਂ ਦੇ ਧਾਰਮਿਕ ਲੋਕ ਸਨ। ਇੱਕ ਹਿੰਦੂ ਮਤ ਨਾਲ ਸੰਬੰਧਿਤ ਸਨ, ਦੂਸਰੇ ਇਸਲਾਮ ਨਾਲ ਸੰਬੰਧਿਤ ਸਨ, ਤੀਸਰੇ ਯੋਗ ਮਤ ਨਾਲ ਸੰਬੰਧਿਤ ਸਨ। ਇੱਕ ਦਿਨ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਯੋਗ ਮਤ ਹਿੰਦੂ ਧਰਮ ਤੋਂ ਵੱਖਰਾ ਮਤ ਹੈ, ਪਰ ਹੌਲੀ ਹੌਲੀ ਹੁਣ ਉਹਨਾਂ ਨੇ ਆਪਣੇ ਵਿੱਚ ਹੀ ਰਲਾ ਲਿਆ ਹੈ ਤੇ ਵੱਖਰੀ ਹੋਂਦ ਇਹਦੀ ਖਤਮ ਕਰ ਦਿੱਤੀ ਹੈ। ਤੋ ਇਹ ਵੱਖੋ ਵੱਖਰੇ ਉਸ ਵੇਲੇ ਤਿੰਨ ਧਰਮ ਸੀਗੇ, ਤੇ ਤਿੰਨੇ ਧਰਮਾਂ ਦੇ ਆਗੂਆਂ ਨੂੰ ਗੁਰੂ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਉਹ ਸਾਰਿਆਂ ਲਈ ਸਾਂਝੀ ਹੁੰਦੀ ਆ, ਵੀ ਧਰਮ ਦੇ ਕਰਮ ਕਾਂਡਾਂ 'ਚ ਨਾ ਉਲਝੋ। ਤੇ ਹੁਣ ਇਹ ਆਪਣੇ ਲਈ ਵੀ ਹੈ, ਸਿੱਖਾਂ ਦੇ ਲਈ ਵੀ ਇਹੀ ਉਪਦੇਸ਼ ਹੈ ਵੀ ਕੇਵਲ ਆਪਾਂ ਕਰਮ ਕਾਂਡਾਂ ਦੇ ਵਿੱਚ ਨਾ ਉਲਝ ਜਾਈਏ, ਕਰਮਾਂ ਨੂੰ ਕਰਮ ਕਾਂਡ ਨਾ ਬਣਾ ਲਈਏ। ਜਿਵੇਂ ਕਿ ਸਿੱਖ ਦੇ ਜੀਵਨ ਦਾ ਹਿੱਸਾ ਹੈ ਨਿਤਨੇਮ ਕਰਨਾ, ਸਿੱਖ ਦੇ ਜੀਵਨ ਦਾ ਹਿੱਸਾ ਹੈ ਪੰਜ ਕਕਾਰਾਂ ਨੂੰ ਧਾਰਨ ਕਰਨਾ, ਸਿੱਖ ਦੇ ਜੀਵਨ ਦਾ ਜ਼ਰੂਰੀ ਹਿੱਸਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਣਾ, ਤਾਂ ਸਿੱਖ ਦੇ ਜੀਵਨ ਦਾ ਜ਼ਰੂਰੀ ਹਿੱਸਾ ਹੈ ਸੇਵਾ ਕਰਨੀ। ਪਰ ਕਿਤੇ ਇਹ ਲੋਕਾਂ ਨੂੰ ਦਿਖਾਉਣ ਲਈ ਨਾ ਰਹਿ ਜਾਣ, ਕੇਵਲ ਤੇ ਕੇਵਲ ਲੋਕਾਂ ਨੂੰ ਦਿਖਾਉਣ ਦੇ ਲਈ ਕਕਾਰ ਪਹਿਨਣੇ, ਜਾਂ ਦਿਖਾਉਣ ਦੇ ਲਈ ਸੇਵਾ ਕਰਨੀ, ਜਾਂ ਲੋਕਾਂ ਨੂੰ ਦਿਖਾਉਣ ਦੇ ਲਈ ਬੜਾ ਲੰਮਾ ਸਮਾਂ ਲਗਾ ਕੇ ਮੱਥਾ ਟੇਕਣਾ, ਤੋ ਇਹ ਦਿਖਾਵਾ ਨਾ ਬਣੇ। ਇਹ ਪ੍ਰੈਕਟੀਕਲੀ ਇਸ ਚੀਜ਼ ਤਰੀਕੇ ਨਾਲ ਆਵੇ ਵੀ ਜੋ ਮਨੁੱਖ ਦੇ ਅੰਦਰਲੀ ਭਾਵਨਾ ਉਹ ਹੀ ਉਹਦੇ ਕਰਮਾਂ 'ਚ ਦਿਸੇ। ਜੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ, ਉਸ ਭਾਵ ਨਾਲ ਮੱਥਾ ਟੇਕਿਆ ਜਾਏ। ਸੇਵਾ ਜਿਹੜੀ ਹੈ ਉਸੇ ਭਾਵ ਨਾਲ ਕੀਤੀ ਜਾਏ, ਆਪਣੀ ਵਡਿਆਈ ਲਈ ਨਾ ਕੀਤੀ ਜਾਏ, ਬਲਕਿ ਗੁਰੂ ਦਾ ਸਾਨੂੰ ਹੁਕਮ ਹੈ ਉਹ ਭਾਵਨਾ ਰੱਖ ਕੇ ਕੀਤੀ ਜਾਏ। ਵਡਿਆਈ ਆਪਣੇ ਆਪ ਮਿਲ ਜਾਣੀ ਹੈ, ਫਿਰ ਗੁਰੂ ਵੱਲੋਂ ਵਡਿਆਈ ਮਿਲੇਗੀ। ਤੋ ਇਹ ਕੁਝ ਇੱਕ ਗੱਲਾਂ ਨੇ ਜਿਨ੍ਹਾਂ ਦੇ ਵਿੱਚ ਆਪਾਂ ਨੇ ਧਿਆਨ ਦੇਣਾ। ਪੰਜ ਕਕਾਰ ਜਿਵੇਂ ਧਾਰਨ ਕਰਦੇ ਹਾਂ, ਉਹ ਵੀ ਸਿੱਖ ਦੇ ਜੀਵਨ ਦਾ ਹਿੱਸਾ, ਤੇ ਆਪਾਂ ਸਾਰੇ ਸਿੱਖਾਂ ਦੇ ਲਈ ਇੱਕ ਸਾਡੀ ਇੱਕ ਐਜ ਏ ਯੂਨੀਫਾਰਮ ਇੱਕ ਵਰਦੀ ਵੀ ਹੈ, ਸਾਡੀ ਆਇਡੈਂਟੀਟੀ ਹੈ, ਪਹਿਚਾਣ ਹੈ। ਉਸ ਰੂਪ ਦੇ ਵਿੱਚ ਵੀ ਦੇਖਣਾ, ਪਰ ਉਹਨੂੰ ਵਹਿਮਾਂ ਦੇ ਵਿੱਚ ਲੈ ਕੇ ਪੈ ਜਾਣਾ, ਇਹ ਸਿੱਖੀ ਦਾ ਫਿਰ ਅਸਲ ਮਕਸਦ ਨਹੀਂ ਹੈ। ਤੋ ਇਹ ਗੱਲਾਂ ਸਮਝਾ ਕੇ ਗੁਰੂ ਸਾਹਿਬ ਜੀ ਫਿਰ ਪੌੜੀ ਦੇ ਵਿੱਚ ਦੱਸਦੇ ਨੇ ਵੀ ਅਸਲ ਗੱਲ ਹੈ, ਮਨੁੱਖ ਜੇ ਅਵਗੁਣ ਕਰੇਗਾ ਉਹਨੂੰ ਪਛਤਾਉਣਾ ਪਏਗਾ, ਗੁਣ ਧਾਰਨ ਕਰੇਗਾ, ਉਹਨੂੰ ਆਪਣੇ ਜੀਵਨ ਤੇ ਮਾਣ ਹੋਏਗਾ ਕਿ ਮੈਂ ਆਪਣੇ ਜੀਵਨ ਨੂੰ ਸਫਲ ਕੀਤਾ। ਮੈਂ ਇੱਕ ਵਾਰੀ ਪੌੜੀ ਦਾ ਪਾਠ ਕਰਦਾ ਹਾਂ। ਪੌੜੀ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਨਾਣੇ ਦੇ ਨਾਲ ਉਚਾਰਨ ਹੋਵੇਗਾ ਜਾਵਣਾ। ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ। ਹੁਕਮ ਕੀਏ ਮਨ ਭਾਉਂਦੇ, ਰਾਹ ਭੀੜਾ ਅੱਗੇ ਜਾਵਣਾ। ਰਾਹ ਕਈ ਵਾਰੀ ਇਹਦਾ ਉਚਾਰਨ ਕੀਤਾ ਜਾਂਦਾ ਰਾਹੇ, ਭੀੜਾ ਅੱਗੇ ਜਾ, ਰਾਹੇ ਨਹੀਂ ਰਾਹ, ਰਾਰੇ ਨੂੰ ਕਰਨਾ, ਹਾਹੇ ਨੂੰ ਸਿਹਾਰੀ। ਸਿਹਾਰੀ ਸੰਬੰਧਕੀ ਅਰਥ ਦੇ ਰਹੀ ਹੈ,
ਇਹਦਾ ਅਰਥ ਹੋਵੇਗਾ ਰਾਹ ਦੇ ਉੱਤੇ, ਭੀੜੇ ਰਾਹ ਦੇ ਉੱਤੇ ਚੱਲ ਕੇ ਤੈਨੂੰ ਜਾਣਾ ਪਏਗਾ। ਔਗਣਾ ਦਾ ਰਸਤਾ ਭੀੜਾ ਤੇ ਦੁਖਦਾਈ ਹੁੰਦਾ ਹੈ। ਨੰਗਾ ਦੋਜ਼ਖ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ। ਇਸ ਤੋਂ ਅੱਗੇ ਹੁਣ ਅਗਲੀ ਪੌੜੀ ਦੇ ਨਾਂ ਦੇ ਸ਼ਲੋਕ ਪ੍ਰਾਰੰਭ ਹੋ ਰਹੇ ਹਨ। ਸ਼ਲੋਕ ਮਹਿਲਾ ਪਹਿਲਾ। ਦਇਆ ਕਪਾ ਸੰਤੋਖ ਸੂਤ, ਜਤ ਗੰਢੀ ਸਤ ਵਟ। ਇਹ ਜਨੇਊ ਜੀ ਕਾ, ਹਈ ਤਾਂ ਪਾਂਡੇ ਘਤ। ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲੈ ਨਾ ਜਾਏ। ਧਨ ਸੋ ਮਾਨਸ ਨਾਨਕਾ, ਜੋ ਗਲ ਚੱਲੇ ਪਾਏ। ਹਾਂਜੀ, ਇਹ ਸ਼ਲੋਕ ਜਿਹੜਾ ਹੈ ਇਹਦਾ ਜ਼ਿਕਰ ਆਪਾਂ ਨੂੰ ਖਾਸ ਤੌਰ ਤੇ ਗੁਰੂ ਸਾਹਿਬ ਜੀ ਦੀ ਜਨਮ ਸਾਖੀ ਦੇ ਵਿੱਚ ਮਿਲਦਾ ਹੈ। ਗਰੀਬ ਨਵਾਜ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਆਪ ਜੀ ਦੀ ਉਮਰ ਜਦੋਂ 9 ਸਾਲ ਦੇ ਕਰੀਬ ਹੋਈ, ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪਰਿਵਾਰ ਦੇ ਵੱਲੋਂ ਧਾਰਮਿਕ ਇਹ ਸੰਸਕਾਰ ਕੀਤਾ ਜਾਣਾ ਸੀ, ਕਿਉਂਕਿ ਖੱਤਰੀਆਂ ਦੇ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਕੀਤਾ ਜਾਂਦਾ ਸੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਨੇਊ ਪਾਉਣ ਦੀ ਰਸਮ ਕੀਤੀ ਜਾਣੀ ਸੀ। ਇਹਦੇ ਲਈ ਪਰਿਵਾਰ ਦੇ ਵਿੱਚ ਜੋ ਉਸ ਵੇਲੇ ਦਾ ਪ੍ਰਬੰਧ ਸੀ, ਸਾਰਾ ਪ੍ਰਬੰਧ ਕੀਤਾ ਗਿਆ। ਤੇ ਉਸ ਇਲਾਕੇ ਦੇ ਸਤਿਕਾਰਯੋਗ ਪੰਡਿਤ ਜੀ ਸਨ ਹਰਦਿਆਲ ਜੀ, ਉਹਨਾਂ ਨੂੰ ਬੁਲਾਇਆ ਗਿਆ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਜਨੇਊ ਪਾਉਣ ਲੱਗੇ ਤਾਂ ਆਪ ਜੀ ਨੇ ਪੰਡਿਤ ਜੀ ਦੇ ਨਾਲ ਵਿਚਾਰਾਂ ਕੀਤੀਆਂ ਕਿ ਮੈਂ ਆਪ ਜੀ ਨਾਲ ਕੁਝ ਵਿਚਾਰ ਕਰਨੀ ਚਾਹੁੰਦਾ ਹਾਂ। ਤੇ ਪੰਡਿਤ ਜੀ ਨੇ ਦੱਸਿਆ, ਵੀ ਪੁੱਛਿਆ ਵੀ ਦੱਸੋ ਕੀ ਵਿਚਾਰ ਹੈ। ਤਾਂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਪੰਡਿਤ ਜੀ ਤੁਸੀਂ ਮੈਨੂੰ ਜਨੇਊ ਪਾ ਰਹੇ ਹੋ ਕਿ ਤੁਸੀਂ ਆਪ ਪਾਇਆ ਹੋਇਆ ਹੈ? ਉਹ ਕਹਿੰਦੇ ਹਾਂ ਬੇਟਾ ਜੀ, ਮੈਂ ਆ ਦੇਖੋ ਜਨੇਊ ਪਾਇਆ ਹੋਇਆ ਹੈ, ਤਾਂ ਹੀ ਮੈਂ ਤੁਹਾਨੂੰ ਪਾ ਰਿਹਾ ਹਾਂ। ਮੈਂ ਤੇ ਧਰਮ ਦਾ ਆਗੂ ਹਾਂ, ਮੇਰੇ ਲਈ ਤਾਂ ਪਹਿਲਾਂ ਜ਼ਰੂਰੀ ਹੈ ਇਹ ਧਰਮ ਦੇ ਕਰਮ ਕਰਨੇ। ਤਾਂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤੁਸੀਂ ਤਾਂ ਇਹ ਤਾਗਾ ਪਾਇਆ ਹੋਇਆ ਹੈ, ਇਹਦਾ ਕੀ ਫਾਇਦਾ ਹੈ? ਉਹਨਾਂ ਨੇ ਆਪਣੇ ਅਨੁਸਾਰ ਐਕਸਪਲੇਨ ਕਰਨ ਦਾ ਯਤਨ ਕੀਤਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਕਿ ਮੇਰਾ ਇਸ ਤਾਗੇ ਵਿੱਚ ਵਿਸ਼ਵਾਸ ਨਹੀਂ ਹੈ। ਮੇਰਾ ਵਿਸ਼ਵਾਸ ਹੈ ਕਿ ਇਨਸਾਨ ਦੇ ਅੰਦਰ ਚੰਗੇ ਗੁਣ ਹੋਣ। ਉਹ ਕਹਿੰਦੇ ਚੰਗੇ ਗੁਣ ਕਿਹੜੇ ਨੇ? ਤਾਂ ਗੁਰੂ ਸਾਹਿਬ ਜੀ ਨੇ ਕਿਹਾ ਸਤ, ਸੰਤੋਖ, ਦਇਆ, ਇਹ ਜੀਵਨ ਹੋਣੇ ਚਾਹੀਦੇ, ਇਹ ਗੁਣ ਹੋਣੇ ਚਾਹੀਦੇ ਆ। ਪੰਡਿਤ ਜੀ ਨੇ ਪੁੱਛਿਆ ਇਹਨਾਂ ਦਾ ਕੀ ਫਾਇਦਾ ਹੈ? ਗਰੀਬ ਨਵਾਜ ਕਹਿਣ ਲੱਗੇ ਵੀ ਇਹਨਾਂ ਦਾ ਫਾਇਦਾ ਇਹ ਮਾਲਕ ਦੀ ਦਰਗਾਹ ਤੱਕ ਨਾ ਨਿਭਦੇ ਹੈ, ਜੀਵਨ ਸਫਲਾ ਹੁੰਦਾ। ਜਿਹੜਾ ਤਾਗਾ ਤੁਸੀਂ ਪਾਇਆ ਹੈ ਇਹ ਤੇ ਬਾਜ਼ਾਰ ਚੋਂ ਕੋਈ ਵੀ ਖਰੀਦ ਕੇ ਪਾ ਸਕਦਾ ਹੈ, ਟੁੱਟ ਜਾਂਦਾ ਹੈ, ਮੈਲਾ ਹੋ ਜਾਂਦਾ ਹੈ, ਸੜ ਜਾਂਦਾ ਹੈ। ਤਾਂ ਇਹਦੀ ਕੋਈ ਬਹੁਤੀ ਵੈਲਿਊ, ਬਹੁਤੀ ਪਾਇਆ ਨਹੀਂ ਹੈ। ਤਾਂ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਜਦੋਂ ਸਮਝਾਇਆ, ਪਰਿਵਾਰ ਦੇ ਲੋਕਾਂ ਨੇ ਕੁਝ ਇਤਰਾਜ਼ ਕੀਤਾ। ਪੰਡਿਤ ਹਰਦਿਆਲ ਜੀ ਸਿਆਣੇ ਸੀ, ਉਹ ਕਹਿੰਦੇ ਵੀ ਬੱਚੇ ਦੀਆਂ ਗੱਲਾਂ ਬੜੀਆਂ ਵਜ਼ਨਦਾਰ ਨੇ ਤੇ ਸਾਨੂੰ ਮੰਨਣੀਆਂ ਪੈਣਗੀਆਂ ਜੋ ਇਹਨਾਂ ਨੇ ਦਲੀਲਾਂ ਦਿੱਤੀਆਂ, ਵਿਚਾਰ ਦਿੱਤੇ ਹਨ। ਤਾਂ ਇਸ ਤਰ੍ਹਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਨੇਊ ਪਾਉਣ ਤੋਂ ਛੋਟੀ ਉਮਰੇ ਹੀ ਇਨਕਾਰ ਕਰਕੇ ਦੱਸ ਦਿੱਤਾ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਸਾਹਿਬ ਜੀ ਇੱਕ ਨਵਾਂ ਪੰਥ ਚਲਾਉਣ ਵਾਲੇ ਹਨ। ਤੇ ਇੱਥੇ ਗੁਰੂ ਸਾਹਿਬ ਨੇ ਖੁਦ ਨਹੀਂ ਪਾਇਆ, ਦੂਜੇ ਪੱਖ ਦੇ ਜਿਨ੍ਹਾਂ ਦੇ ਨਾਲ ਗੁਰੂ ਸਾਹਿਬ ਦੀ ਵਿਚਾਰ ਮਿਲੀ ਹੈ, ਭਗਤ ਰਵਿਦਾਸ ਮਹਾਰਾਜ, ਕਬੀਰ ਸਾਹਿਬ ਮਹਾਰਾਜ, ਰਵਿਦਾਸ ਮਹਾਰਾਜ, ਨਾਮਦੇਵ ਜੀ, ਭਗਤ ਧੰਨਾ ਜੀ, ਉਹਨਾਂ ਨੂੰ ਪਾਉਣ ਦਾ ਅਧਿਕਾਰ ਨਹੀਂ ਸੀ, ਉਹਨਾਂ ਨੇ ਤਦੋਂ ਨਹੀਂ ਸੀ ਪਾਇਆ। ਤਾਂ ਇਸ ਤਰ੍ਹਾਂ ਇਹ ਇੱਕ ਵੱਖਰਾ ਰਸਤਾ, ਵੱਖਰਾ ਪੰਥ ਚੱਲਿਆ ਹੈ। ਤਾਂ ਮੇਰੇ ਪਾਤਸ਼ਾਹ ਜੀ ਨੇ ਜੋ ਬਚਨ ਕਹੇ, ਇੱਥੇ 4 ਸ਼ਲੋਕ ਨੇ ਇਸ ਪੌੜੀ ਦੇ ਨਾਲ, 4 ਸ਼ਲੋਕਾਂ 'ਚ ਜਨੇਊ ਦੀ ਹੀ ਗੱਲ ਚੱਲੀ ਹੈ। ਤਾਂ ਆਓ ਜਿੰਨਾ ਕੁ ਸਮਾਂ ਉਹਦੇ ਮੁਤਾਬਕ ਆਪਾਂ ਵਿਚਾਰ ਕਰਦੇ ਜਾਵਾਂਗੇ। ਆਪ ਜੀ ਨੇ ਸਭ ਤੋਂ ਪਹਿਲਾਂ ਸਮਝਾਇਆ ਕਿ ਕਿਹੋ ਜਿਹਾ ਜਨੇਊ ਮਨੁੱਖ ਨੂੰ ਪਾਉਣਾ ਚਾਹੀਦਾ ਹੈ। ਦਇਆ ਕਪਾ, ਸੰਤੋਖ ਸੂਤ, ਜਤ ਗੰਢੀ ਸਤ ਵਟ। ਜਿਸ ਦੇ ਵਿੱਚ ਦਇਆ ਦੀ ਕਪਾਹ ਹੋਵੇ, ਸੰਤੋਖ ਦਾ ਸੂਤਰ ਵਟਿਆ ਜਾਏ, ਜਤ ਦੀਆਂ ਗੰਢਾਂ ਮਾਰੀਆਂ ਜਾਣ, ਸਤ ਦਾ ਵਟ ਦਿੱਤਾ ਜਾਵੇ। ਜਨੇਊ ਇਹਦੇ ਬਾਰੇ ਮੈਂ ਵਿਚਾਰ ਅੱਗੇ ਜਾ ਕੇ ਕਰਾਂਗਾ ਅਗਲੇ ਸ਼ਲੋਕ ਦੇ ਨਾਲ। ਤਾਂ ਇਹਦਾ ਇੱਕ ਖਾਸ ਤਰੀਕਾ ਬਣਾਉਣ ਦਾ, ਉਹ ਬਣਾਇਆ ਜਾਂਦਾ, ਉਸ ਤਰੀਕੇ ਦੇ ਨਾਲ ਫਿਰ ਇਹ ਪਾਇਆ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਇਹਦੇ ਨਾਲੋਂ ਚੰਗਾ ਇਨਸਾਨ ਦੇ ਜੀਵਨ 'ਚ ਦਇਆ, ਸੰਤੋਖ, ਜਤ ਅਤੇ ਸਤ ਹੋਵੇ। ਇਹ ਜਨੇਊ ਜੀ ਕਾ ਦਾ ਅਰਥ ਹੈ ਜਿੰਦ ਦੇ ਕੰਮ ਆਉਣ ਵਾਲਾ, ਮਨੁੱਖ ਦੇ ਅੰਦਰਲੇ ਕੰਮ, ਅੰਦਰਲੇ ਜੀ ਦੇ, ਆਤਮਾ ਦੇ ਤੱਕ ਕੰਮ ਆਉਣ ਵਾਲੇ ਗੁਣ ਨੇ। ਜੇ ਇਹ ਤੁਹਾਡੇ ਕੋਲ ਹੈ
ਤਾਂ ਪਾਂਡੇ ਘੱਤ, ਤਾਂ ਹੈ ਪੰਡਤ ਜੀ ਘੱਤ ਦੋ ਮੈਨੂੰ ਦੇ ਦਿਓ। ਤੇ ਇਹਦੇ 'ਚ ਖਾਸੀਅਤ ਕੀ ਹੈ? ਨਾ ਇਹ ਟੁੱਟੈ ਨਾ ਮਲ ਲੱਗੈ। ਇਹੋ ਨਹੀਂ ਉਚਾਰਨ ਕਰਨਾ, ਇੱਥੇ ਈੜੀ ਨੂੰ ਲਾਵਾਂ, ਹਾਹਾ ਹਾਹੇ ਨੂੰ ਔਂਕੜ, ਇਹੋ, ਇਹ ਨਹੀਂ ਉਚਾਰਨ ਕਰਨਾ। ਇੱਥੇ ਉਚਾਰਨ ਕਰਨਾ ਇਹ ਵਿਸ਼ੇਸ਼ਣ ਹੈ। ਇਸ ਜਨੇਊ ਦੇ ਬਾਰੇ ਗੱਲ ਚੱਲ ਰਹੀ ਹੈ ਜੋ ਪਿੱਛੇ ਟੌਪਿਕ ਚੱਲ ਰਿਹਾ। ਇਹ ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲੈ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਹੇ ਨਾਨਕ, ਉਹ ਮਨੁੱਖ ਧਨ ਹਨ ਜਿਨ੍ਹਾਂ ਨੇ ਇਹੋ ਜਿਹਾ ਜਨੇਊ ਆਪਣੇ ਗਲ ਆਪਣੇ ਜੀਵਨ ਦੇ ਵਿੱਚ ਧਾਰਨ ਕੀਤਾ ਹੋਇਆ ਹੈ। ਚੌਕੜ ਮੁੱਲ ਅਨਾਇਆ ਬਹਿ ਚੌਕੈ ਪਾਇਆ, ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ। ਉਹ ਮੁਆ ਉਹ ਚੜ ਪਿਆ ਵੇਤ ਅੱਗਾ ਗਿਆ। ਹੁਣ ਇਸ ਤੋਂ ਅੱਗੇ ਦੂਸਰੇ ਜਨੇਊ ਦਾ ਜ਼ਿਕਰ ਹੈ ਜਿਹੜਾ ਆਮ ਲੋਕੀ ਪਾ ਰਹੇ ਸੀ। ਆਪ ਜੀ ਨੇ ਫਰਮਾਇਆ ਉਹ ਕਿੱਦਾਂ ਬਣਦਾ ਹੈ, ਕਿੱਥੋਂ ਮਿਲ ਜਾਂਦਾ ਹੈ? ਚੌਕੜ ਮੁੱਲ ਅਨਾਇਆ, 4 ਕੌਡੀਆਂ ਦਾ ਮਿਲ ਜਾਂਦਾ ਹੈ। 4 ਕੌਡੀਆਂ ਮਤਲਬ ਬਹੁਤ ਸਸਤਾ, ਕਿਉਂ? ਤੇ ਮਾਰਕੀਟ ਦੇ ਵਿੱਚੋਂ ਮਿਲ ਜਾਂਦੀਆਂ ਜਿਹੜੀਆਂ ਚੀਜ਼ਾਂ ਵੀ ਇੱਦਾਂ ਮਾਰਕੀਟ ਦੇ ਵਿੱਚੋਂ ਬਹੁਤ ਸਸਤਾ ਮਿਲ ਜਾਂਦਾ ਹੈ। ਬਹਿ ਚੌਂਕਾ ਪਾਇਆ, ਚੌਂਕਾ ਚੁੱਲ੍ਹਾ ਚੌਂਕਾ ਜਿਹੜਾ ਕਹਿੰਦੇ, ਚੌਂਕੇ ਤੇ ਬਹਿ ਕੇ ਕਾਰ ਕੱਢ ਕੇ ਪੰਡਤ ਜੀ ਉੱਥੇ ਪਾ ਦਿੰਦੇ ਹਨ। ਸਿੱਖਾ ਕੰਨ ਚੜਾਈ ਆ, ਇਹਦੇ ਉਚਾਰਨ ਤੇ ਖਾਸ ਤੌਰ ਤੇ ਧਿਆਨ ਦੇਣਾ। ਜ਼ਿਆਦਾਤਰ ਜਦੋਂ ਵੀ ਪਾਠ ਕੀਤਾ ਜਾਂਦਾ, ਈਵਨ ਕੀਰਤਨੀ ਜਥੇ ਜਦੋਂ ਕੀਰਤਨ ਕਰਦੇ ਹਨ, ਇਹਦਾ ਉਚਾਰਨ ਬਹੁਤ ਜ਼ਿਆਦਾ ਅਸ਼ੁੱਧ ਕੀਤਾ ਜਾਂਦਾ ਹੈ। ਉਹ ਉਚਾਰਨ ਕਰਦੇ ਹਨ ਸਿੱਖਾਂ ਕੰਨ ਚੜਾਈਆਂ, ਇਹ ਬਹੁਵਚਨ ਦੇ ਰੂਪ 'ਚ ਕਹਿ ਦਿੰਦੇ ਹਨ। ਇਸ ਤਰ੍ਹਾਂ ਨਹੀਂ ਹੈ, ਇਹ ਇੱਕ ਵਚਨ ਹੈ, ਸਿੰਗੂਲਰ ਹੈ। ਇਹਦਾ ਉਚਾਰਨ ਹੋਵੇਗਾ ਸਿੱਖਾ। ਸਿੱਖਾ ਦਾ ਅਰਥ ਸਿੱਖਿਆ, ਸਿੱਖਾ ਦਾ ਅਰਥ ਸਿੱਖ ਨਹੀਂ, ਸਿੱਖਾ ਸਿੱਖਿਆ। ਕੰਨ ਚੜਾਈਆਂ ਨਹੀਂ ਕਹਿਣਾ, ਇੱਥੇ ਹੈ ਸਿੱਖਾ ਕੰਨ ਚੜਾਈ ਆ। ਇੱਕ ਸਿੱਖਿਆ ਕੰਨ ਵਿੱਚ ਚੜਾਈ ਜਾਂਦੀ ਹੈ। ਪੰਡਤ ਜੀ ਬਹੁਤੀਆਂ ਸਿੱਖਿਆ ਨਹੀਂ ਦਿੰਦੇ, ਜਦੋਂ ਜਨੇਊ ਪਾਉਂਦੇ ਆ ਇੱਕ ਸਿੱਖਿਆ ਦਿੰਦੇ ਆ। ਕਿਹੜੀ ਸਿੱਖਿਆ? ਉਹ ਇੱਕ ਸਿੱਖਿਆ 'ਚ ਸਾਰੀਆਂ ਸਿੱਖਿਆ ਆ ਗਈਆਂ। ਕਿਹੜੀ ਸਿੱਖਿਆ ਦਿੰਦੇ ਹਨ? ਗੁਰ ਬ੍ਰਾਹਮਣ ਥਿਆ, ਕਿ ਅੱਜ ਤੋਂ ਤੇਰਾ ਗੁਰੂ ਬ੍ਰਾਹਮਣ ਹੋ ਗਿਆ, ਬਸ ਆਹ ਸਿੱਖਿਆ ਦੇ ਦਿੰਦੇ ਆ। ਤੇ ਇੱਥੇ ਫਿਰ ਮੈਂ ਉਚਾਰਨ ਕਰਾਂ, ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ। ਇਹ ਸਿੱਖਿਆ ਕੰਨ ਵਿੱਚ ਚੜਾ ਦਿੱਤੀ ਜਾਂਦੀ ਹੈ ਕਿ ਤੇਰਾ ਗੁਰੂ ਬ੍ਰਾਹਮਣ ਹੈ, ਬਸ। ਇਸ ਤੋਂ ਅੱਗੇ ਬੰਦਾ ਫਿਰ ਸਾਰੀ ਜ਼ਿੰਦਗੀ ਆਪਣੇ ਆਪ ਹੀ ਉਹ ਤੋਂ ਪੁੱਛ ਕੇ ਕਰਮ ਕਰਦਾ ਰਹਿੰਦਾ ਹੈ। ਉਹ ਮੂਆ ਉਹ ਝੜ ਪਿਆ ਵੇਤ ਅੱਗਾ ਗਿਆ। ਸਮਾਂ ਆਉਣ ਤੇ ਬੰਦਾ ਚੜ੍ਹਾਈ ਕਰ ਜਾਂਦਾ ਹੈ, ਇਹ ਜਨੇਊ ਵੀ ਲੈ ਜਾਂਦਾ ਹੈ ਤੇ ਵੇਤ ਅੱਗਾ ਹੀ ਸੰਸਾਰ ਤੋਂ, ਭਾਵ ਤੱਗ ਜਨੇਊ ਤੋਂ ਬਗੈਰ ਹੀ ਚਲਾ ਜਾਂਦਾ ਹੈ। ਤੋ ਇਹ ਤੁਹਾਡਾ ਜਨੇਊ ਹੈ ਜਿਹੜਾ ਬਾਜ਼ਾਰ 'ਚੋਂ ਖਰੀਦਿਆ ਗਿਆ, ਚੌਂਕੇ 'ਚ ਬਹਿ ਕੇ ਪਾ ਦਿੱਤਾ, ਸਮਾਂ ਆਉਣ ਤੇ ਇਹ ਟੁੱਟ ਗਿਆ ਤੇ ਬੰਦਾ ਵੀ ਚੜ੍ਹਾਈ ਕਰ ਗਿਆ, ਇਹਦੇ ਨਾਲ ਕੋਈ ਗੱਲ ਨਾ ਬਣੀ। ਹਾਂਜੀ। ਮਹਿਲਾ ਪਹਿਲਾ। ਲੱਖ ਚੋਰੀਆਂ ਲੱਖ ਜ਼ਾਰੀਆਂ, ਲੱਖ ਕੂੜੀਆਂ ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨ ਸਜੀ ਨਾਲ। ਤਗ ਕਪਾਹੂ ਕੱਤੀਐ ਬਾਮਨ ਵੱਟੇ ਆਏ, ਕੋ ਬੱਕਰਾ ਰਿਨ ਖਾਇਆ ਸਭ ਕੋ ਆਖੈ ਪਾਏ। ਹੋਏ ਪੁਰਾਣਾ ਸੁੱਟੀਐ ਭੀ ਫਿਰ ਪਾਈਐ ਹੋਰ, ਨਾਨਕ ਤਗ ਨਾ ਟੁੱਟਈ ਜੇ ਤਗ ਹੋਵੈ ਜੋਰ। तो महाराज जी फरमा रहे ਹਨ दूसरे श्लोक ਦੇ ਵਿੱਚ, ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ। ਮਨੁੱਖ ਨੇ ਠੀਕ ਹੈ ਇਹ ਧਾਗਾ ਪਾ ਲਿਆ, ਪਰ ਪ੍ਰੈਕਟੀਕਲੀ ਉਹਦਾ ਜੀਵਨ ਕਿੱਦਾਂ ਰਿਹਾ? ਜੀਵਨ ਦੇ ਵਿੱਚ ਚੋਰੀ ਵੀ ਰਹੀ, ਯਾਰੀ ਵੀ ਰਹੀ, ਝੂਠ ਬੋਲਣਾ ਵੀ ਰਿਹਾ ਤੇ ਗਾਲਾਂ ਗੰਦਮੰਦ ਬੋਲਣਾ ਵੀ ਰਿਹਾ। ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨ ਸਜੀ ਨਾਲ। ਜੀ ਜੱਜੇ ਨੂੰ ਥੋੜਾ ਜਿਹਾ ਜਿਹੜੀ ਬਿਹਾਰੀ ਲੱਗੀ ਆ ਉਹਦੇ ਉਚਾਰਨ ਨੂੰ ਲੰਮਾ ਕਰ ਦੇਣਗੇ। ਜੱਜੇ ਨੂੰ ਬਿਹਾਰੀ ਐੜਾ ਲਿਖਿਆ ਨਾ ਪਿੱਛੇ, ਜੀ ਨਾਲ। ਜਿੰਦ ਦੇ ਨਾਲ ਜਾਂ ਜੀਵਾਂ ਦੇ ਨਾਲ ਲੱਖਾਂ ਹੀ ਠੱਗੀਆਂ ਬੇਈਮਾਨੀਆਂ ਮਨੁੱਖ ਕਰਦਾ ਰਹਿੰਦਾ ਹੈ। ਦੂਜੇ ਦੀ ਅਮਾਨਤ ਵਿੱਚ ਖਿਆਨਤ ਕਰਨੀ,
ਬਹਿਨਾਮੀ ਦਾ ਅਰਥ ਹੁੰਦਾ ਧੋਖਾ ਦੇਣਾ, ਦੂਜੇ ਦੀ ਇਮਾਨਤ ਵਿੱਚ ਖਿਆਨਤ ਕਰਨੀ। ਰਾਤ ਦਿਨਸ ਜੀ ਨਾਲ, ਦਿਨ ਰਾਤ ਹੀ ਲੋਕਾਂ ਦੇ ਨਾਲ ਵੀ ਕਿਵੇਂ ਕਿਸੇ ਨੂੰ ਲੁੱਟਿਆ ਜਾਏ, ਕਿਵੇਂ ਠੱਗਿਆ ਜਾਏ, ਕਿਵੇਂ ਕਿਸੇ ਦੀ ਇਮਾਨਤ ਨੂੰ ਖਾਧਾ ਜਾਏ, ਇਹ ਚੀਜ਼ਾਂ ਦੇ ਉੱਪਰ ਦਿਨ ਰਾਤ ਮਨੁੱਖ ਧਿਆਨ ਕਰਦਾ ਹੈ। ਪਰ ਦੂਜੇ ਪਾਸੇ ਤੱਗ ਕਪਾਹੋਂ ਕੱਤੀ ਹੈ, ਕਪਾਹ ਤੋਂ ਕੱਤਿਆ ਹੋਇਆ ਧਾਗਾ ਵੀ ਪਾਇਆ ਹੋਇਆ ਉਹਨੇ, ਭਾਵ ਕਿ ਧਾਰਮਿਕ ਚਿੰਨ੍ਹ ਵੀ ਧਾਰਨ ਕੀਤਾ ਹੈ, ਪਰ ਧਰਮ ਨਾਂ ਦੀ ਕੋਈ ਚੀਜ਼ ਜੀਵਨ 'ਚ ਨਹੀਂ, ਗੁਣ ਨਹੀਂ ਹਨ। ਕਪਾਹੋਂ ਦਾ ਉਚਾਰਨ ਆਪਾਂ ਕਪਾਹੋਂ ਕਰਨਾ, ਇੱਥੇ ਤੱਗ ਕਪਾਹੋਂ। ਪਾਠ ਲਿਖਿਆ ਹੋਇਆ ਕੱਕਾ ਪੱਪੇ ਨੂੰ ਕੰਨਾ, ਹਾਹਾ ਹਾਹੇ ਨੂੰ ਔਂਕੜ, ਕਪਾਹ ਹੋ। ਕਈ ਵਾਰੀ ਇਸ ਤਰ੍ਹਾਂ ਉਚਾਰਨ ਕੀਤਾ ਜਾਂਦਾ, ਖਾਸ ਤੌਰ 'ਤੇ ਸੰਪਰਦਾਇ ਭਰਾ ਇਸ ਤਰ੍ਹਾਂ ਉਚਾਰਨ ਕਰਦੇ ਹਨ, ਕਪਾਹ ਹੋ, ਅਤੇ ਉਹ ਇਸ ਤਰ੍ਹਾਂ ਹੀ ਉਹਨਾਂ ਨੂੰ ਪੜ੍ਹਾਇਆ ਜਾਂਦਾ ਹੈ। ਪਰ ਆਮ ਸਧਾਰਨ ਤੌਰ 'ਤੇ ਇਹਦਾ ਜੋ ਅਰਥ ਹੈ ਕਪਾਹ ਤੋਂ, ਅਤੇ ਕਪਾਹ ਤੋਂ ਕੱਤਿਆ ਜਾਂਦਾ, ਅਤੇ ਇੱਥੇ ਆਪਾਂ ਫਿਰ ਇਹਨੂੰ ਕਪਾਹੋਂ, ਇੱਕ ਹਾਹਾ ਲੈ ਕੇ ਦੂਸਰੇ ਹਾਹੇ ਨੂੰ ਹੋ ਜਿਹੜਾ ਕਹਿਣਾ, ਉਹਨੂੰ ਹੋੜਾ ਤੇ ਬਿੰਦੀ ਦੇ ਰੂਪ ਦੇ ਵਿੱਚ ਨਾਸਕੀ ਉਚਾਰਨ ਕਰ ਲੈਂਦੇ ਹਾਂ, ਕਪਾਹੋਂ। ਤੱਗ ਕਪਾਹੋਂ ਕੱਤੀ ਹੈ, ਬਾਹਮਣ ਵੱਟੇ ਆਏ, ਪੰਡਤ ਜੀ ਆ ਗਏ, ਉਹਨਾਂ ਨੇ ਕਪਾਹ ਤੋਂ ਇਹਨੂੰ ਆ ਕੇ ਵੱਟ ਚੜਾ ਦਿੱਤੇ। ਕੋਹ ਬੱਕਰਾ ਰਿੰਨ ਖਾਇਆ, ਸਭ ਕੋ ਆਖੈ ਪਾਈ। ਕੋਹ ਦਾ ਅਰਥ ਹੁੰਦਾ ਕੋਹ ਕੇ ਮਾਰ ਕੇ, ਅਤੇ ਟੀਕਾਕਾਰਾਂ ਨੇ ਇਸ ਤਰ੍ਹਾਂ ਵੀ ਲਿਖਿਆ ਕੋਹ ਦਾ ਅਰਥ ਜਿਸ ਤਰ੍ਹਾਂ ਮੁਸਲਮਾਨੀ ਲੋਕ ਕੋਹ ਕੇ ਮਾਰਦੇ ਹਨ ਕਲਮਾ ਪੜ੍ਹ ਕੇ, ਕਿਉਂਕਿ ਉਸ ਵੇਲੇ ਮੁਸਲਮਾਨਾਂ ਦਾ ਰਾਜ ਸੀ। ਅਤੇ ਉਹਨਾਂ ਨੇ ਕਿਹਾ ਸੀ ਵੀ ਜੇਕਰ ਤੁਸੀਂ ਮੀਟ ਮਾਸ ਖਾਣਾ ਹੈ ਤਾਂ ਉਹ ਤੁਹਾਨੂੰ ਮਰਵਾਉਣਾ ਪਏਗਾ ਮੁਸਲਮਾਨ ਕਸਾਈ ਤੋਂ, ਕਿਉਂਕਿ ਜਿਹੜੇ ਹਿੰਦੂ ਲੋਕ ਨੇ ਜੇ ਆਪਣੇ ਹੱਥ ਵਿੱਚ ਸ਼ਸਤਰ ਲੈ ਕੇ ਕਿਸੇ ਜਾਨਵਰ ਨੂੰ ਮਾਰਨਗੇ, ਇਹਨਾਂ ਦੇ ਅੰਦਰ ਇਹ ਜੁਰਤ ਪੈਦਾ ਹੋਵੇਗੀ, ਅਤੇ ਉਹ ਜੁਰਤ ਨਾਲ ਅੱਜ ਇਹ ਇੱਕ ਜਾਨਵਰ ਨੂੰ ਮਾਰਦੇ ਆ, ਕੱਲ੍ਹ ਨੂੰ ਇਹ ਸਾਡੇ ਵਿਰੁੱਧ ਵੀ ਕੋਈ ਨਾ ਕੋਈ ਸ਼ਸਤਰ ਉਠਾ ਸਕਦੇ ਆ। ਪਰ ਬਿਲਕੁਲ ਸ਼ਸਤਰਹੀਣ ਕੀਤਾ ਹੋਇਆ ਸੀ ਲੋਕਾਂ ਨੂੰ। ਅਤੇ ਇਹ ਚੀਜ਼ ਮੈਂ ਕਸ਼ਮੀਰ ਵਿੱਚ ਵੀ ਦੇਖੀ, ਕਈ ਸਾਲ ਹੋ ਗਏ ਮੈਨੂੰ ਜਾਣ ਦਾ ਮੌਕਾ ਮਿਲਿਆ। ਉੱਥੇ ਗੁਰਦੁਆਰਾ ਸ਼੍ਰੀਨਗਰ ਦੇ ਵਿੱਚ ਕਾਠੀ ਦਰਵਾਜ਼ਾ 6ਵੇਂ ਪਾਤਸ਼ਾਹ ਮਹਾਰਾਜ ਜੀ ਦਾ, ਅਤੇ ਉੱਥੇ ਵੀ ਮੈਨੂੰ ਉੱਥੋਂ ਦੇ ਗੁਰਸਿੱਖਾਂ ਨੇ ਦੱਸਿਆ ਵੀ ਜਿਹੜੇ ਇੱਥੇ ਹਿੰਦੂ ਪਰਿਵਾਰ ਰਹਿੰਦੇ ਆ, ਜ਼ਿਆਦਾਤਰ ਜਾਂ ਤਾਂ ਉਹ ਮੁਸਲਮਾਨ ਕਸਾਈਆਂ ਤੋਂ ਮਰਵਾ ਕੇ ਲਿਆਉਂਦੇ ਹਨ, ਜਾਂ ਫਿਰ ਕੁਝ ਇੱਕ ਸਿੱਖ ਪਰਿਵਾਰ ਨੇ ਜਿਹੜੇ ਇਸ ਕੰਮ ਦੇ ਵਿੱਚ ਨੇ, ਉਹਨਾਂ ਤੋਂ ਫਿਰ ਉਹ ਮਰਵਾਉਂਦੇ ਹਨ ਵੀ ਉਹਨਾਂ ਨੂੰ ਆਪ ਜੇ ਉਹ ਮਾਰਦੇ ਆ ਤਾਂ ਇੱਥੋਂ ਦੇ ਲੋਕ ਉਹਨਾਂ ਦੇ ਵਿਰੁੱਧ ਗੁੱਸੇ ਹੁੰਦੇ ਹੈ, ਅਤੇ ਉਹਨਾਂ ਨੂੰ ਅਜੇ ਵੀ ਹੱਕ ਨਹੀਂ ਹੈ। ਤਾਂ ਇਸ ਤਰ੍ਹਾਂ ਜਿੱਥੇ ਵੀ ਕਿਸੇ ਦਾ ਰਾਜ ਹੁੰਦਾ ਹੈ, ਜਿਵੇਂ ਅੱਜ ਹੁਣ ਭਾਰਤ ਦੇ ਵਿੱਚ ਸਨਾਤਨ ਮਤ ਨੂੰ ਮੰਨਣ ਵਾਲਿਆਂ ਦਾ ਰਾਜ ਹੈ, ਉਹ ਆਪਣੇ ਮੁਤਾਬਕ ਚਲਾਉਣਾ ਚਾਹੁੰਦੇ ਆ, ਕੁਦਰਤੀ ਹੈ, ਨੈਚੁਰਲੀ ਹੈ ਵੀ ਉਹ ਧਰਮ ਦੇ ਲੋਕ ਦੂਸਰੇ 'ਤੇ ਪ੍ਰਭਾਵ ਪਾ ਕੇ ਰੱਖਦੇ ਆ। ਤਾਂ ਹੋਇਆ ਕਿ ਮੁਸਲਮਾਨਾਂ ਦੇ ਵੇਲੇ ਬੱਕਰੇ ਨੂੰ ਮਾਰ ਕੇ ਜਾਂ ਮਰਵਾ ਕੇ ਕੋਹ ਕੇ ਦੂਜੇ ਤੋਂ ਲਿਆਂਦਾ ਜਾਂਦਾ ਸੀ। ਅਤੇ ਇੱਥੇ ਇੱਕ ਗੱਲ ਹੋਰ ਧਿਆਨ 'ਚ ਦੇਣ ਵਾਲੀ ਹੈ, ਇਹਦਾ ਮਤਲਬ ਜਦੋਂ ਖੱਤਰੀਆਂ ਦੇ ਵਿੱਚ ਕਿਸੇ ਦੇ ਜਨੇਊ ਪਾਇਆ ਜਾਂਦਾ ਸੀ ਅਤੇ ਨਾਲ ਉਹ ਮੀਟ ਮਾਸ ਬਣਾਉਂਦੇ ਸਨ। ਇਹ ਗੁਰੂ ਸਾਹਿਬ ਨੇ ਆਪ ਗਵਾਹੀ ਲਿਖੀ ਹੈ, ਇਸ ਤੋਂ ਵੱਡੀ ਗਵਾਹੀ ਸਾਨੂੰ ਕਿਤੇ ਹੋਰ ਲੱਭਣ ਦੀ ਲੋੜ ਨਹੀਂ ਹੈ। ਵੀ ਭਾਵ ਜਦੋਂ ਜਨੇਊ ਆਦਿਕ ਪਾਇਆ ਜਾਂਦਾ ਸੀ ਤਾਂ ਬੱਕਰਾ ਮਾਰ ਕੇ ਮੀਟ ਮਾਸ ਬਣਾ ਕੇ ਜਨੇਊ ਪਾਉਣ ਦਾ ਵੀ ਸੰਸਕਾਰ ਕਰ ਲਿਆ ਜਾਂਦਾ ਸੀ, ਅਤੇ ਫਿਰ ਸਾਰੇ ਆਪਸ ਵਿੱਚ ਇਹ ਮਾਸ ਮੀਟ ਖਾਂਦੇ ਸਨ। ਤਾਂ ਮਹਾਰਾਜ ਜੀ ਉਸ ਗੱਲ ਦਾ ਜ਼ਿਕਰ ਕਰਦੇ ਹਨ। ਫਿਰ ਕੋਹ ਬੱਕਰਾ ਰਿੰਨ ਖਾਇਆ, ਸਭ ਕੋ ਆਖੈ ਪਾਏ। ਸਭ ਕੋ ਆਖੇ, ਸਾਰੇ ਹੀ ਆਖਦੇ ਸਨ, ਪਾਏ ਵੀ ਚਲੋ ਜੀ ਜਨੇਊ ਪਾ ਦਿੱਤਾ, ਜਨੇਊ ਸੰਸਕਾਰ ਹੋ ਗਿਆ, ਬਹੁਤ ਵਧੀਆ ਹੋ ਗਿਆ ਜੀ। ਇਸ ਤਰ੍ਹਾਂ ਫਿਰ ਇੱਕ ਦੂਜੇ ਨੂੰ ਸਾਰੇ ਲੋਕੀ ਕਹਿੰਦੇ ਸਨ। ਪਰ ਜਨੇਊ ਨਾਲ ਕੀ ਵਰਤਦਾ ਸੀ ਗੁਰੂ ਸਾਹਿਬ ਕਹਿੰਦੇ ਸੁਣੋ, ਹੋਏ ਪੁਰਾਣਾ ਸੁੱਟੀਐ ਭੀ ਫਿਰ ਪਾਈਐ ਹੋਰ। ਉਹ ਜਿਹਨੇ ਪਾਇਆ ਹੁੰਦਾ ਸੀ ਪਹਿਲਾਂ ਮੈਲਾ ਹੋ ਜਾਂਦਾ ਸੀ, ਧੋ ਧੂ ਕੇ ਸਾਫ਼ ਕਰਨਾ, ਫਿਰ ਪੁਰਾਣਾ ਹੋ ਜਾਂਦਾ ਸੀ, ਉਹ ਸੁੱਟ ਕੇ ਆਲਾ ਕਹਿੰਦਾ ਸੀ ਚੱਲ ਹੁਣ ਨਵਾਂ ਪਾ ਲੈਂਦੇ ਹਾਂ। ਨਾਨਕ ਤੱਗ ਨਾ ਟੁੱਟਈ ਜੇ ਤੱਗ ਹੋਵੇ ਜੋਰ। ਹੇ ਨਾਨਕੇ ਜਿਹੜਾ ਤੱਗ ਹੈ ਇਹ ਟੁੱਟਦਾ ਨਾ ਜੇ ਇਹਦੇ ਵਿੱਚ ਕੋਈ ਜ਼ੋਰ ਹੁੰਦਾ, ਇਹ 'ਚ ਕੋਈ ਤਾਕਤ ਹੁੰਦੀ। ਪਰ ਇਹ ਸਧਾਰਨ ਧਾਗਿਆਂ ਦੀ ਤਰ੍ਹਾਂ ਹੀ ਸੀ। ਸਮਾਂ ਆਉਣ 'ਤੇ ਮੈਲਾ ਵੀ ਹੋਇਆ, ਧੋ ਕੇ ਸਾਫ਼ ਵੀ ਕਰ ਲਿਆ ਜਾਂਦਾ ਸੀ, ਪੁਰਾਣਾ ਵੀ ਹੋ ਗਿਆ ਅਤੇ ਇਹਨੂੰ ਸੁੱਟ ਵੀ ਦਿੱਤਾ ਗਿਆ। ਤਾਂ ਇੱਥੇ ਦੂਸਰਾ ਸ਼ਲੋਕ ਸੰਪੂਰਨ ਹੁੰਦਾ। ਇੱਕ ਗੱਲ ਮੈਂ ਇਹ ਕਹਿ ਦਿਆਂ ਵੀ ਜਿਹੜੇ ਹਿੰਦੂ ਲੋਕ ਇਹ ਚੀਜ਼ ਨੂੰ ਮੰਨਦੇ ਹਨ, ਉਹਨਾਂ ਦਾ ਵਿਸ਼ਵਾਸ ਉਹਨਾਂ ਨੂੰ ਮੁਬਾਰਕ ਹੈ। ਉਹ ਆਪਣੇ ਧਰਮ ਦਾ ਉਹ ਕਰਮ ਕਰਦੇ ਹੈ, ਉਹਦੇ ਨਾਲ ਸਾਨੂੰ ਜਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ। ਪਰ ਜਦੋਂ ਆਪਾਂ ਸਿੱਖ ਧਰਮ ਦੇ ਵਿੱਚ ਗੁਰੂ ਸਾਹਿਬਾਨ ਜੀ ਦੀ ਵਿਚਾਰਧਾਰਾ ਮੁਤਾਬਕ ਚੱਲਦੇ ਹਾਂ
ਫਿਰ ਉਹ ਕਰਮ ਕਾਂਡ ਸੰਸਕਾਰ ਸਾਨੂੰ ਛੱਡਣੇ ਚਾਹੀਦੇ ਆ। ਤੇ ਉਹਨਾਂ ਦਾ ਫਿਰ ਅਸੀਂ ਇੱਥੇ ਜੋ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਵੀ ਇਸ ਨਜ਼ਰੀਏ ਤੋਂ ਉਹ ਚੀਜ਼ਾਂ ਨੂੰ ਤੁਸੀਂ ਦੇਖੋ, ਸਮਝੋ ਤੇ ਛੱਡ ਦਿਓ, ਕਿਉਂਕਿ ਉਹਨਾਂ ਦਾ ਪ੍ਰੈਕਟੀਕਲੀ ਤੁਹਾਡੇ ਜੀਵਨ ਦੇ ਵਿੱਚ ਤੁਹਾਨੂੰ ਕੋਈ ਲਾਹਾ ਨਹੀਂ ਹੋਵੇਗਾ। ਇਹ ਗੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ। ਮਹਿਲਾ ਪਹਿਲਾ, ਨਾਏ ਮੰਨਿਐ ਪਤ ਉਪਜੈ, ਸਾਰਾ ਹੀ ਸਚ ਸੂਤ, ਦਰਗਾਹ ਅੰਦਰ ਪਾਈਐ, ਤਗ ਨਾ ਟੁੱਟ ਸਪੂਤ। ਪਿਛਲੇ ਸ਼ਲੋਕ ਦੇ ਵਿੱਚ ਇੱਕ ਉਚਾਰਨ ਧਿਆਨ ਚੋਂ ਬਾਹਰ ਰਹਿ ਗਿਆ ਸੀਗਾ। ਲਾਸਟ ਵਾਲੀ ਪੰਕਤੀ ਹੈ, ਨਾਨਕ ਤਗ ਨਾ ਟੁੱਟਈ, ਟੁੱਟਈ, ਟੁੱਟਈ ਨਹੀਂ ਇਹਨੂੰ ਆਪਾਂ ਕਹਿਣਾ, ਟੁੱਟਈ। ਇੱਕ ਵਚਨ ਦੇ ਜ਼ਿਕਰ ਚੱਲ ਰਿਹਾ ਹੈ ਇੱਥੇ, ਜੇ ਤਗ ਹੋਵੇ ਜ਼ੋਰ। ਤੋ ਹੁਣ ਤੀਸਰਾ ਸ਼ਲੋਕ ਆ ਗਿਆ ਮਹਿਲਾ ਪਹਿਲਾ। ਇਹ ਸ਼ਲੋਕ ਵੀ ਪਹਿਲੇ ਮਹਿਲ ਗੁਰੂ ਨਾਨਕ ਸਾਹਿਬ ਜੀ ਦਾ ਹੈ। ਨਾਏ ਮੰਨਿਐ ਪਤ ਉਪਜੈ, ਵਾਹਿਗੁਰੂ ਦੇ ਨਾਮ ਨੂੰ, ਉਹਦੀ ਵਡਿਆਈ ਨੂੰ ਮੰਨ ਲਓ ਭਾਈ, ਇਹਦੇ ਨਾਲ ਹੀ ਮਾਲਕ ਦੀ ਦਰਗਾਹ 'ਚ ਪੱਤ ਪੈਦਾ ਹੋਵੇਗੀ। ਸਾਲਾਹੀ ਸੱਚ ਸੂਤ, ਉਹਦੀਆਂ ਸਿਫਤ ਸਲਾਹਾਂ ਕਰੋ, ਇਹੋ ਹੀ ਸੱਚਾ ਸੂਤ ਹੈ, ਇਹੋ ਹੀ ਸੱਚਾ ਧਾਗਾ ਹੈ। ਦਰਗਾਹ ਅੰਦਰ ਪਾਈਐ, ਇਹ ਜਿਹੜਾ ਧਾਗਾ ਜੇ ਤੁਸੀਂ ਉਹਦੀਆਂ ਸਿਫਤ ਸਲਾਹਾਂ ਕਰੋਗੇ, ਇਹਦਾ ਫਲ ਤੁਹਾਨੂੰ ਦਰਗਾਹ ਤੱਕ ਵੀ ਮਿਲੇਗਾ। ਤਗ ਨਾ ਟੂਟ ਸਪੂਤ, ਪੂਤ ਦਾ ਅਰਥ ਇੱਥੇ ਪੁੱਤਰ ਨਹੀਂ, ਪੂਤ ਦਾ ਅਰਥ ਹੈ ਪਵਿੱਤਰ, ਸ਼ੁੱਧ, ਪਵਿੱਤਰ, ਚੰਗਾ, ਸ੍ਰੇਸ਼ਟ, ਯੂਨੀਕ, ਵਧੀਆ। ਇਹ ਜਿਹੜਾ ਤਗ ਹੈ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਹੀ ਅਸਲ ਜਨੇਊ ਹੈ। ਇਹ ਜਦੋਂ ਤੁਸੀਂ ਪਾ ਲਓਗੇ, ਇਹ ਤੁਹਾਡੀ ਦਰਗਾਹ ਤੱਕ ਵੀ ਨਾਲ ਲਵੇਗਾ। ਭਾਵ ਜ਼ਿੰਦਗੀ ਦੇ ਪੂਰੇ ਸਫ਼ਰ 'ਚ ਇਹ ਗੁਣ ਤੁਹਾਡੇ ਨਾਲ ਚੱਲਣਗੇ ਜੇ ਧਾਰਨ ਕਰ ਲਵੋ। ਇੱਥੇ ਆ ਕੇ ਇੱਕ ਗੱਲ ਸਮਝ ਲੈਣੀ ਹੈ। ਕੁਝ ਲੋਕੀ ਸਵਾਲ ਕਰਦੇ ਹਨ, ਗੁਰੂ ਕੇ ਸਿੱਖੋ, ਤੁਸੀਂ ਇਹ ਗੱਲਾਂ ਬੜੇ ਜ਼ੋਰ ਨਾਲ ਕਹਿੰਦੇ ਹੋ ਜਨੇਊ ਦੇ ਬਾਰੇ, ਇਹਨਾਂ ਸ਼ਲੋਕਾਂ ਦੀ ਵਿਆਖਿਆ ਕਰਦੇ ਹੋ, ਪਰ ਤੁਸੀਂ ਆਪ ਕੀ ਪਾਇਆ ਹੋਇਆ ਹੈ? ਉਹ ਸਾਨੂੰ ਵੀ ਸਵਾਲ ਕੀਤਾ ਜਾਂਦਾ ਹੈ। ਜੋ ਸਿੱਖ ਨੇ ਗਾਤਰਾ ਪਾਇਆ ਹੋਇਆ ਹੈ, ਇਹਨੂੰ ਵੀ ਕੁਝ ਲੋਕ ਜਨੇਊ ਕਹਿੰਦੇ ਹਨ ਵੀ ਤੁਸੀਂ ਤੇ ਆਪ ਹੀ ਪਾਇਆ ਹੋਇਆ ਹੈ। ਜਾਂ ਕੁਝ ਲੋਕ ਇੱਦਾਂ ਵੀ ਕੁਤਰਕ ਕਰਦੇ ਹਨ, ਕਹਿੰਦੇ ਲਓ ਜੀ ਗੁਰੂ ਸਾਹਿਬ ਨੇ ਜਨੇਊ ਚੋਂ ਕੱਢਿਆ ਸੀ, ਫਿਰ ਗਾਤਰੇ ਪਵਾ ਕੇ ਉਹੀ ਜਨੇਊ ਸਿੱਖਾਂ ਦੇ ਪਵਾ ਦਿੱਤਾ ਹੈ। ਤੋ ਇਸ ਤਰ੍ਹਾਂ ਇਹਦਾ ਉੱਤਰ ਆਪਾਂ ਨੂੰ ਨਹੀਂ ਆਉਂਦਾ ਤੇ ਆਪਾਂ ਵੀ ਕਈ ਵਾਰੀ ਸੋਚਦੇ ਹਾਂ ਵੀ ਸ਼ਾਇਦ ਇੱਦਾਂ ਹੀ ਹੋ ਗਿਆ ਹੋਵੇਗਾ। ਤੋ ਇਹਦੇ ਸੰਬੰਧ 'ਚ ਮੈਂ 2-3 ਗੱਲਾਂ ਕਹਿਣੀਆਂ ਹਨ। ਸੰਗਤ ਦੇ ਚਰਨਾਂ 'ਚ ਬੇਨਤੀ ਹੈ, ਧਿਆਨ ਨਾਲ ਸੁਣਨਾ ਜੀ। ਪਹਿਲੀ ਗੱਲ, ਸਿੱਖ ਦੇ ਜਨੇਊ ਵਿੱਚ ਅਤੇ ਵਾਹਿਗੁਰੂ ਪੰਡਤਾਂ ਦੇ ਜਨੇਊ ਵਿੱਚ ਤੇ ਸਿੱਖ ਦੇ ਗਾਤਰੇ 'ਚ ਕੀ ਫਰਕ ਹੈ? ਪਹਿਲੀ ਗੱਲ ਇਹ ਹੈ ਵੀ ਜਿਹੜਾ ਪੰਡਤ ਲੋਕੀ ਜਨੇਊ ਪਾਉਂਦੇ ਹਨ, ਉਹਨਾਂ ਦੇ ਧਰਮ ਅਨੁਸਾਰ ਉਹਨਾਂ ਨੂੰ ਮੁਬਾਰਕ ਹੈ। ਮੈਂ ਫੇਰ ਇਹ ਗੱਲ ਰਿਪੀਟ ਕਰ ਰਿਹਾ ਵੀ ਉਹਨਾਂ ਨੂੰ ਮੁਬਾਰਕ ਹੈ, ਪਰ ਉਹਦੇ ਇੱਕ ਉਹਨਾਂ ਦੇ ਮੁਤਾਬਕ ਵਿਧੀ ਹੈ। ਉਹ ਵਿਧੀ ਕੀ ਹੈ? ਉਹਦਾ ਇੱਕ ਖਾਸ ਆਕਾਰ ਹੈ। ਉਹਦੇ ਲਈ 52 ਉਂਗਲ ਲੰਬਾਈ ਚਾਹੀਦੀ ਹੈ। 6 ਤਾਰਾਂ ਵਾਲਾ ਜਨੇਊ ਹੁੰਦਾ ਹੈ। ਖੱਤਰੀ ਨੇ ਜਾਂ ਵੈਸ਼ ਨੇ ਪਾਉਣਾ, ਉਹਦੇ ਲਈ 4 ਤਾਰਾਂ ਵਾਲਾ ਹੋਏਗਾ। ਪੰਡਿਤ ਜੀ ਨੇ ਪਾਉਣਾ ਹੈ, ਉਹਨਾਂ ਲਈ 6 ਤਾਰਾਂ ਵਾਲਾ, ਕਿਉਂਕਿ ਉਹ ਮੰਨਦੇ ਆ ਵਰਨ ਵਿਵਸਥਾ ਅਨੁਸਾਰ ਆਪਣੇ ਆਪ ਨੂੰ ਉੱਚਾ ਮੰਨਦੇ ਆ। ਤਾਂ 52 ਉਂਗਲ ਉਸ ਦੀ ਲੰਬਾਈ ਹੈ। ਤੇ ਜਦੋਂ ਸਿੱਖ ਦੇ ਗਾਤਰੇ ਦਾ ਜ਼ਿਕਰ ਆਉਂਦਾ ਹੈ, ਸਿੱਖ ਦੇ ਗਾਤਰੇ ਦੀ ਕੋਈ ਵੀ ਲੰਬਾਈ ਜਾਂ ਚੌੜਾਈ ਕਿਸੇ ਹੱਦ ਵਿੱਚ ਨਹੀਂ ਹੈ ਤੇ ਗਾਤਰੇ ਦਾ ਤੇ ਜਨੇਊ ਦੇ ਇਸ ਕਰਕੇ ਆਪਸ ਵਿੱਚ ਤੁਲਨਾ ਨਹੀਂ ਕੀਤੀ ਜਾ ਸਕਦੀ। ਦੂਜਾ ਕਾਰਨ, ਜਿਹੜਾ ਜਨੇਊ ਪਾਇਆ ਜਾਂਦਾ, ਪੰਡਿਤ ਜੀ ਜਨੇਊ ਪਾਉਂਦੇ ਹਨ ਕਪਾਹ ਤੋਂ ਕੱਤਿਆ ਹੋਇਆ ਸੂਤ ਦਾ ਨਰਮ, ਪਰ ਜਿਹੜਾ ਇਹਨਾਂ ਦੀ ਵਰਨ ਵੰਡ ਅਨੁਸਾਰ ਵੈਸ਼ ਜਾਂ ਖੱਤਰੀ ਲੋਕ ਪਾਉਂਦੇ ਹਨ, ਉਹ ਸਣ ਦਾ ਹੁੰਦਾ ਹੈ ਤੇ ਉਹਦੀਆਂ 4 ਲੜੀਆਂ ਹੁੰਦੀਆਂ ਨੇ, ਵੱਧ ਨਹੀਂ ਪਾ ਸਕਦੇ ਉਹ, ਤੇ ਉਹ ਆਪ ਨਹੀਂ ਪਾ ਸਕਦੇ, ਉਹਨਾਂ ਨੂੰ ਪੰਡਿਤ ਜੀ ਤੋਂ ਪਵਾਉਣਾ ਪੈਂਦਾ ਹੈ। ਇੱਥੇ ਇਹ ਗੱਲ ਯਾਦ ਰੱਖਣੀ ਵੀ ਸਿੱਖ ਦੇ ਵਿੱਚ ਜਿਹੜਾ ਸਿੱਖ ਗਾਤਰਾ ਪਾਉਂਦੇ ਹੈ, ਸਿੱਖ ਦਾ ਗਾਤਰਾ ਉਹਦੇ 'ਚ ਕੋਈ ਇੱਦਾਂ ਨਹੀਂ ਵੀ ਇਹਦੇ 'ਚ ਇੰਨੀਆਂ ਲੜੀਆਂ ਹੋਣਗੀਆਂ ਜਾਂ ਫਲਾਣਾ ਜਥੇਦਾਰ ਜਾਂ ਫਲਾਣਾ ਆਗੂ ਇਸ ਤਰ੍ਹਾਂ ਦਾ ਪਾ ਸਕਦਾ, ਆਮ ਸਧਾਰਨ ਸਿੱਖ ਇਸ ਤਰ੍ਹਾਂ ਦਾ ਪਾ ਸਕਦਾ। ਇਸ ਤਰ੍ਹਾਂ ਦੀ ਕੋਈ ਵੰਡੀ ਨਹੀਂ ਹੈ। ਫਿਰ ਜਿਹੜਾ ਜਨੇਊ ਪਾਇਆ ਜਾਂਦਾ ਹੈ, ਉਹ ਸਮੁੱਚੀ ਮਨੁੱਖਤਾ ਨੂੰ ਜਾਂ ਭਾਰਤ ਦੇ ਲੋਕਾਂ ਨੂੰ 4 ਹਿੱਸਿਆਂ 'ਚ 4 ਵਰਨਾਂ 'ਚ ਵੰਡ ਕੇ ਪਹਿਲੇ ਉੱਪਰਲੇ 3 ਵਰਨ ਤਾਂ ਪਾ ਸਕਦੇ ਆ, ਪਰ ਜਿਹੜਾ ਹੇਠਲਾ ਜਿਹਨੂੰ ਚੌਥਾ ਵਰਨ ਜਾਂ ਸ਼ੂਦਰ ਵਰਗ ਕਹਿੰਦੇ ਸੀ, ਉਹਨੂੰ ਹੱਕ ਨਹੀਂ ਸੀ ਕਿ ਪਾ ਸਕੇ। ਭਾਵ ਇਹਦੇ ਜ਼ਰੀਏ ਇੱਕ ਵੰਡੀ ਪਾਈ ਗਈ ਸਮਾਜ ਦੇ ਵਿੱਚ, ਕੁਝ ਨੂੰ ਸੁਪੀਰੀਅਰ ਦੱਸਿਆ ਗਿਆ, ਇਹ ਚੰਗੇ ਆ, ਵੱਡੇ ਆ, ਕੁਝ ਨੂੰ ਨੀਵੇਂ ਦੱਸਿਆ ਗਿਆ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਇਹ ਗਾਤਰਾ ਹੈ,
ਇਹ ਸਾਰੇ ਹੀ ਵਰਨ ਦੇ ਲੋਕ ਧਾਰਨ ਕਰ ਸਕਦੇ ਹਨ, ਪਾ ਸਕਦੇ ਹਨ। ਭਾਵ ਇਹ ਵੰਡੀਆਂ ਨੂੰ ਮੇਟਣ ਲਈ ਹੈ, ਵੰਡੀਆਂ ਨੂੰ ਪਾਉਣ ਲਈ ਨਹੀਂ ਹੈ। ਫਿਰ ਜਿਹੜਾ ਜਨੇਊ ਸੰਸਕਾਰ ਹੈ ਪੁਰਸ਼ਾਂ ਵਿੱਚ ਕੀਤਾ ਜਾਂਦਾ ਹੈ, ਉੱਥੇ ਇਸਤਰੀਆਂ ਨੂੰ, ਜੋ ਔਰਤਾਂ ਨੂੰ ਨਹੀਂ ਪਾਇਆ ਜਾਂਦਾ। ਪਰ ਜਿਹੜਾ ਗਾਤਰਾ ਹੈ ਉਹ ਸਿੱਖ ਇਸਤਰੀ, ਬੱਚੀ, ਭੈਣ, ਚਾਹੇ ਭਰਾ ਹੈ, ਉਹ ਸਾਰੇ ਹੀ ਪਾ ਸਕਦੇ ਹਨ। ਇਹ ਵੰਡੀਆਂ ਨੂੰ ਮੇਟਦਾ ਹੈ, ਉਹ ਵੰਡੀਆਂ ਨੂੰ ਪਾਉਂਦਾ ਹੈ। ਹੁਣ ਇੱਕ ਹੋਰ ਜ਼ਰੂਰੀ ਗੱਲ, ਜਿਹੜਾ ਜਨੇਊ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਪੂਰਾ ਸੰਸਕਾਰ ਹੈ, ਇੱਕ ਪੂਰੀ ਜਨੇਊ ਦਾ ਧਾਗਾ ਆਪਣੇ ਆਪ ਦੇ ਵਿੱਚ ਧਰਮ ਦਾ ਇੱਕ ਸੰਪੂਰਨ ਚਿੰਨ੍ਹ ਹੈ। ਪਰ ਗਾਤਰਾ ਸਿੱਖ ਧਰਮ ਦੇ ਵਿੱਚ ਸਿੱਖ ਧਰਮ ਦਾ ਸੰਪੂਰਨ ਚਿੰਨ੍ਹ ਨਹੀਂ ਹੈ। ਤੁਸੀਂ ਕਹੋਗੇ ਕਿਸ ਤਰ੍ਹਾਂ? ਇਹਨੂੰ ਸਮਝੋ, ਗਾਤਰਾ ਜਿਹੜਾ ਹੈ ਉਹ ਕਾਹਦੇ ਲਈ ਹੈ? 5 ਕਕਾਰ ਨੇ ਸਿੱਖ ਦੇ ਜੀਵਨ ਦੇ ਵਿੱਚ। 5 ਕਕਾਰ, 5 ਕੱਕੇ ਦੇ ਨਾਲ ਜਿਹੜੇ ਚੀਜ਼ਾਂ ਸ਼ੁਰੂ ਹੁੰਦੀਆਂ ਨੇ, 5 ਕੇਸ ਵੀ ਕਹਿੰਦੇ ਆ ਕੱਕੇ ਨਾਲ ਸ਼ੁਰੂ ਹੋਣ ਵਾਲੇ। ਕੱਕਾ ਕੇਸ, ਕੱਕਾ ਕੰਘਾ, ਕੱਕਾ ਕੜਾ, ਕੱਕਾ ਕਸ਼ਹਿਰਾ, ਕੱਕਾ ਕਿਰਪਾਨ। ਜਿਹੜੀ ਕਿਰਪਾਨ ਹੈ 5ਵਾਂ ਕਕਾਰ, ਇਹ ਆਪਾਂ ਹੁਣ ਨਾਂ ਲਿਆ ਕਕਾਰ ਕਿਰਪਾਨ ਹੈ। ਪਰ ਹੁਣ ਕਿਰਪਾਨ ਨੂੰ ਹਰ ਇੱਕ ਸਮੇਂ ਤਾਂ ਆਪਣੇ ਹੱਥ ਵਿੱਚ ਨਹੀਂ ਰੱਖਿਆ ਜਾ ਸਕਦਾ। ਕਿਰਪਾਨ ਨੂੰ ਆਪਣੇ ਨਾਲ ਕੈਰੀ ਕਰਨ ਦੇ ਲਈ, ਆਪਣੇ ਨਾਲ ਲੈ ਕੇ ਜਾਣ ਦੇ ਲਈ ਗਾਤਰਾ ਪਾਇਆ ਜਾਂਦਾ ਹੈ। ਤਾਂ ਕਕਾਰ ਕਿਰਪਾਨ ਹੈ, ਕਕਾਰ ਗਾਤਰਾ ਨਹੀਂ ਹੈ। ਇਹ ਗੱਲ ਯਾਦ ਰੱਖਣੀ ਹੈ। ਕਿਰਪਾਨ ਨੂੰ ਕੈਰੀ ਕਰਨ ਲਈ, ਤਾਂ ਜੋ ਆਪਣੇ ਕੋਲ ਹਰ ਇੱਕ ਸਮੇਂ ਰੱਖੀ ਜਾ ਸਕੇ, ਜਿਵੇਂ ਬਾਕੀ ਕਕਾਰ ਰੱਖੇ ਜਾਂਦੇ ਹਨ, ਤਾਂ ਇਹ ਗਾਤਰਾ ਤਾਂ ਪਾਇਆ ਜਾਂਦਾ ਹੈ। ਤਾਂ ਇਹ ਵੀ ਇੱਕ ਧਿਆਨ 'ਚ ਰੱਖਣਾ ਹੈ ਵੀ ਗਾਤਰਾ ਕਿਰਪਾਨ ਦੀ ਸੰਭਾਲ ਦੇ ਲਈ ਹੈ। ਕਿਰਪਾਨ ਨੂੰ ਪਾ ਕੇ ਰੱਖਣਾ ਸੰਭਾਲ ਦੇ ਲਈ। ਗੁਰੂ ਸਾਹਿਬ ਜੀ ਦੇ ਵੇਲੇ ਜਾਂ ਉਹਨਾਂ ਸਮਿਆਂ 'ਚ ਕਿਰਪਾਨ ਹੱਥ 'ਚ ਰੱਖ ਕੇ ਚੱਲਿਆ ਜਾਂਦਾ ਸੀ। ਤੇ ਜਦੋਂ ਘੋੜੇ ਆਦਿ 'ਤੇ ਸਵਾਰੀ ਹੋਣੀ, ਜਾਂ ਕਮਰ ਕਸੇ 'ਚ ਪਾ ਲੈਂਦੇ ਸਨ, ਜਾਂ ਤੇਗੇ ਹੁੰਦੇ ਸੀ ਚੌੜੇ ਗਾਤਰਿਆਂ ਦੇ ਵਿੱਚ ਪਾ ਲੈ ਜਾਂਦੇ ਸਨ। ਤੋ ਸਮੇਂ ਮੁਤਾਬਕ ਇਹ ਚੀਜ਼ਾਂ ਚੱਲਦੀਆਂ ਆ। ਤੇ ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਹੈ ਸਿੱਖ ਨੇ ਕਿਰਪਾਨ ਪਾਉਣੀ ਹੈ, ਤੇ ਕਿਰਪਾਨ ਦੀ ਸੰਭਾਲ ਲਈ ਕਿਰਪਾਨ ਗਾਤਰੇ ਵਾਲੀ ਪਾਉਣੀ ਹੈ। ਭਾਵ ਗਾਤਰੇ ਦੇ ਜ਼ਰੀਏ ਉਹਦੀ ਸੰਭਾਲ ਹੋ ਸਕਦੀ ਹੋਵੇ। ਤੋ 5 ਕਕਾਰਾਂ ਦੇ ਵਿੱਚ ਗਾਤਰਾ ਨਹੀਂ ਹੈ, ਗਾਤਰਾ ਕਿਰਪਾਨ ਦੀ ਸੰਭਾਲ ਦੇ ਲਈ ਹੈ। ਤੋ ਇਹ ਵੀ ਇੱਕ ਯਾਦ ਰੱਖਣਾ। ਜਿਵੇਂ ਕਈ ਵਾਰੀ ਕਿਸੇ ਦੇ ਸਿਰ ਦੇ ਵਿੱਚ ਕੇਸ ਥੋੜੇ ਹੁੰਦੇ ਆ ਜਾਂ ਕੰਘਾ ਨਿਕਲ ਜਾਂਦਾ, ਉਹ ਕੰਘੇ ਨਾਲ ਡੋਰੀ ਬੰਨ੍ਹ ਲੈਂਦੇ ਆ, ਤਾਂ ਜੋ ਕੰਘੇ ਨੂੰ ਕੇਸਾਂ ਦੇ ਜੂੜੇ ਵਿੱਚ, ਬੁੱਟੇ ਵਿੱਚ ਲਗਾ ਕੇ ਉਹਦੇ ਆਲੇ ਦੁਆਲੇ ਉਹ ਡੋਰੀ ਨੂੰ ਲਪੇਟ ਕੇ ਕੰਘੇ ਦੀ ਨਾਲ ਰੱਖਿਆ ਜਾ ਸਕੇ। ਤਾਂ ਹੁਣ ਉਹ ਡੋਰੀ ਨੂੰ ਹੀ ਕੋਈ ਵੱਡੀ ਚੀਜ਼ ਮੰਨ ਕੇ ਬਹਿ ਜਾਏ ਤਾਂ ਇਸ ਤਰ੍ਹਾਂ ਨਹੀਂ ਹੋਵੇਗਾ, ਕਿਉਂਕਿ ਅਸਲ ਕਕਾਰ ਕੰਘਾ ਹੈ। ਤਾਂ ਇੱਦਾਂ ਹੀ ਅਸਲ ਕਕਾਰ ਕਿਰਪਾਨ ਹੈ, ਉਹਨੂੰ ਪਾ ਕੇ ਰੱਖਣ ਦੇ ਲਈ, ਸੰਭਾਲਣ ਦੇ ਲਈ ਗਾਤਰਾ ਪਾਇਆ ਜਾਂਦਾ ਹੈ। ਗਾਤਰਾ ਕਿਸੇ ਵੀ ਰੰਗ ਦਾ ਹੋ ਸਕਦਾ, ਸਰੀਰ ਦੇ ਮੁਤਾਬਕ ਕਿਸੇ ਵੀ ਸਾਈਜ਼ ਦਾ ਹੋ ਸਕਦਾ। ਕਿਰਪਾਨ ਰੱਖਣ ਦਾ ਹੱਕ ਕਿਸੇ ਵੀ ਸਿੱਖ ਇਸਤਰੀ, ਪੁਰਸ਼, ਬੱਚੇ, ਵੱਡੇ, ਬਜ਼ੁਰਗ ਨੂੰ, ਹਰ ਇੱਕ ਨੂੰ ਹੈ। ਤੇ ਕੋਈ ਕਿੰਨੇ ਵੀ ਸਾਈਜ਼ ਦੀ ਆਪਣੇ ਕੋਲ ਰੱਖ ਸਕਦਾ ਹੈ। ਤੇ ਉਹਦੇ ਲਈ ਇਹ ਕਿਸੇ ਵੀ ਤਰ੍ਹਾਂ ਦੀ ਕੋਈ ਕਿਸੇ ਖਾਸ ਕਿਸੇ ਵੀ ਤਰ੍ਹਾਂ ਦਾ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੋ ਸਕਦਾ ਹੈ। ਤੋ ਕਿਸੇ ਨੂੰ ਸੁਪੀਰੀਅਰ ਦੱਸਿਆ ਜਾਏ, ਕਿਸੇ ਨੂੰ ਨੀਵਾਂ ਦੱਸਿਆ ਜਾਏ, ਇਸ ਤਰ੍ਹਾਂ ਦੀ ਗੱਲ ਨਹੀਂ ਹੋਵੇਗੀ। ਫਿਰ ਇਸ ਤੋਂ ਅੱਗੇ ਜਿਹੜਾ ਜਨੇਊ ਪਾਇਆ ਜਾਂਦਾ ਉਹ ਮਨੁੱਖ ਦੇ ਖੱਬੇ ਮੋਢੇ ਤੋਂ ਲੈ ਕੇ ਸੱਜੇ ਪਾਸੇ ਨੂੰ ਪਾਇਆ ਜਾਂਦਾ ਹੈ। ਪਰ ਜਿਹੜਾ ਗਾਤਰਾ ਹੈ ਉਹ ਖੱਬੇ ਤੋਂ ਲੈ ਕੇ ਵਾਹਿਗੁਰੂ ਸੱਜੇ ਹੱਥ ਤੋਂ ਮੋਢੇ ਤੋਂ ਲੈ ਕੇ ਖੱਬੇ ਵਾਲੇ ਪਾਸੇ ਨੂੰ ਪਾਇਆ ਜਾਂਦਾ, ਤਾਂ ਜੋ ਕਿਰਪਾਨ ਨੂੰ ਜਦੋਂ ਵਰਤਿਆ ਜਾਂਦਾ ਸੀ ਸੱਜਾ ਹੱਥ ਕਿਰਪਾਨ ਦੇ ਮੁੱਠੇ ਤੇ ਸੌਖਿਆ ਜਾ ਸਕੇ। ਤੋ ਇਹ ਕੁਝ ਇੱਕ ਅੰਤਰ ਹਨ। ਬਾਕੀ ਗੁਰੂ ਕੇ ਸਿੱਖ ਕਦੇ ਵੀ ਇਹ ਨਹੀਂ ਕਹਿੰਦੇ ਹਨ ਕਿ ਜਿਸ ਨੇ ਗਾਤਰਾ ਜਾਂ ਇਹ ਪਾ ਲਿਆ ਹੈ ਤੇ ਉਹਦੇ ਨਾਲ ਉਹ ਸੰਪੂਰਨ ਹੋ ਗਿਆ ਹੈ। ਸੰਪੂਰਨ ਪੂਰੀ ਰਹਿਤ ਮਰਿਆਦਾ ਨੂੰ ਫੋਲੋ ਕਰਨ ਦੇ ਨਾਲ ਹੈ ਗੁਰਸਿੱਖ ਬਣੀਦਾ ਹੈ। ਬਾਕੀ ਕਕਾਰ ਵੀ ਨਾਲ ਚਾਹੀਦੇ ਆ, ਉਹ ਤਾਂ ਕੱਲਾ ਜਨੇਊ ਪਾ ਕੇ ਗੱਲ ਬਣ ਗਈ। ਪਰ ਇੱਥੇ ਕੱਲੀ ਕਿਰਪਾਨ ਪਾ ਕੇ ਨਹੀਂ, ਕਿਰਪਾਨ ਪਾਉਣ ਦਾ ਨਾਲ ਬਾਕੀ ਕਕਾਰ ਧਾਰਨ ਕਰਨੇ, ਬਾਕੀ ਕਕਾਰਾਂ ਨਾਲ ਜਿਹੜੀ ਪੂਰੀ ਮਰਿਆਦਾ ਸਿੱਖ ਦੇ ਜੀਵਨ ਦੀ ਜਾਂਚ ਆ ਉਹ ਧਾਰਨ ਕਰਨੀ। ਫਿਰ ਇਸ ਦੇ ਵਿੱਚ ਪੰਡਿਤ ਜੀ ਇਕੱਲੇ ਹੀ ਕਿਸੇ ਨੂੰ ਜਨੇਊ ਪਾ ਸਕਦੇ ਹਨ, ਪਰ ਸਿੱਖਾਂ ਵਿੱਚ ਇਕੱਲੇ ਬੰਦੇ ਨੂੰ ਕੋਈ ਅਥਾਰਟੀ ਨਹੀਂ ਹੈ, ਕਿਉਂਕਿ ਇਕੱਲੇ ਮਨੁੱਖ 'ਚ ਕਈ ਗੁਣ ਹੋ ਸਕਦੇ ਆ, ਕੋਈ ਆਪਣੇ ਸਵਾਰਥ ਹੋ ਸਕਦੇ ਆ। ਤਾਂ ਇੱਥੇ ਜਿਹੜੀ ਮਰਿਆਦਾ ਹੈ ਪੰਜ ਪਰਵਾਨ ਤੇ ਪੰਜ ਪ੍ਰਧਾਨ ਵਾਲੀ ਮਰਿਆਦਾ ਹੈ। ਕਲੈਕਟਿਵਲੀ ਇਕੱਠੇ ਤੌਰ ਤੇ ਪੰਜ ਪਿਆਰੇ, ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆਪਣੇ ਆਪ ਨਹੀਂ। ਤਾਂ ਇਹ ਇੱਕ ਸਿਸਟਮ ਹੈ। ਪਰ ਇਹਨਾਂ ਗੱਲਾਂ ਦੀ ਆਪਾਂ ਨੇ ਕੋਲੇ ਸਮਝ ਨਾ ਹੋਣ ਕਰਕੇ ਕਈ ਵਾਰੀ ਸਾਡੇ ਆਪਣੇ ਸਿੱਖ ਹੀ ਕਹਿ ਦਿੰਦੇ ਆ ਵੀ ਉਹ ਵੀ ਇੱਕ ਗਾਤਰਾ ਵੀ ਇੱਕ ਤਰ੍ਹਾਂ ਦਾ ਜਨੇਊ ਹੈ। ਤਾਂ ਮੈਂ ਇੱਥੇ ਲਾਸਟ 'ਚ ਫੇਰ ਗੱਲ ਕਹਿ ਰਿਹਾ ਵੀ ਕਿਸੇ ਦੇ ਵੀ ਨਾਲ
कोई इतराज नहीं। मुसलमान सुन्नत करते हैं, उन्होंने मुबारक है। ईसाई लोग अपना बैपटिज्म करते हैं, उन्होंने मुबारक है। हिंदू वीर भैन भरा अपना जो भी उन्होंने धर्म का संस्कार है उन्होंने मुबारक है। पर असीं इत्थे सिखां दी जदों गल करते हैं फिर असीं अपने ककारां दा ते उन्हां दा की फर्क है वो सानूं पता होना चाहिए, तां असीं इह गल्लां दी विचार करते हाँ। हुण गुरु साहब इस तो अगले श्लोक विच दस रहे ने कि मनुख ने धर्म के चिन्ह तां पाए, पर जे अपने च अवगुण नहीं ना कढ सकिया तां फिर उहदे चिन्ह पाए हुए व्यर्थ हो जाते हैं, चाहे वह किसी भी धर्म का मनुख होवे। आओ प्यार नाल सरवण करिए जी। महला पहला। तगना इंद्री तगना नारी, भलके थुक पवै नित दाड़ी। शाबाश, बहुत शुद्ध उच्चारण। तगना इंद्री, इंद्रिया, इंद्री नहीं कहना, इंद्री एक वचन हो जाएगा। इंद्री, इंद्रियां किहड़ियां ने? ज्ञान इंद्रियां ते कर्म इंद्रियां। जिवें अखां ये इंद्रियां ने, ਕੰਨ इंद्रियां ਹਨ, जीव इंद्री है। तो इदां सारियां इंद्रियां ते भाव अपने देखण ते सुणन ते बोलन ते उत्थे तां तेरा धर्म दिस नहीं रहा, कोई धर्म का चिन्ह तेरे ते दिखाई नहीं दे रहा। ते नित बेइज्जती हो रही है, तेरी दाढ़ी ते थुक पै रहा, भाव बेइज्जती हो रही है। इहो जिहे कर्म है मनुख तू संसार च करता है जिन्हां दे नाल बेइज्जती हो रही है। तेरे हत्थां ते पैरां ते कर्म ते वो चीज़ दिखाई नहीं दे रही है। तो धार्मिक आगू के जीवन च भी उही कमियां ने, ते जिन्हां नूं अगे वो अपने धर्म दे विच लैके आ रहे उन्हां च भी उही कमियां दिस रहियां हन। गुरु साहब कहते भी ये की हो गया? अंधा अंधे खूहे ठेले। आगू भी अन्ना ते उहदे पिछे चलण वाले भी अन्ने हैं। तो धार्मिक चिन्ह पाउण दा एक बड़ा वड्डा महात्म है, महत्व है। जे उन्हां नूं कोई समझे तां मुबारक है, क्योंकि फुल तो ही अगे फल बनता है। किसी वे ते चलांगे तां किसी मंजिल ते पहुँचांगे। अदरवाइज जेकर उस उन्हां दी वैल्यूज़ नूं वो कर्मां दी नहीं समझिया जाता ते अगे वधिया नहीं जाता, उत्थों तक सीमित होया जाता है, फिर वो कर्म कांड हो जाते हैं। तो मनुख धर्मी होने का दिखावा करते हुए जीवन च अवगण ही कमाउंदा रहिंदा ते समाज का, देश का, मनुखता का भला नहीं कर सकता। तगना पैरी तगना हथी, तगना जिहवा तगना अखी। वे तगा आपे वतै, वट धागे अवरा घतै। अवरा होरां वट धागे अवरा घतै। लै पहाड़ करे भी आह, कड़ कागल दसे राह। सुन वेखो लोकां एह विडान, मन अंधा नाउ सुजान। आप जी फरमा रहे हैं, ये देखो भी आप भी उही कर्म कर रहे हैं, धर्मी कहाउण वाला, चिन्ह धारण करने वाला, दूजिਆਂ ਨੂੰ चिन्ह धारण करवाई जा रहा है, पर ना अपने जीवन दे विच कोई गल बनी ना दूजिਆਂ दे। ਇਹਦਾ ਉਚਾਰਨ ਆਪਾਂ ਕਰਾਂਗੇ ਜੀ, ਹ ਨੂੰ ਸਾਇਲੈਂਟ ਤਾਂ ਨਹੀਂ ਰੱਖਾਂਗੇ, मतलब ਇਹ ਤੇ ਜ਼ੋਰ ਨਹੀਂ ਦਵਾਂਗੇ। ਲੈ ਪਹਾੜ ਕਰੇ ਵਿਆਹ, ਕੱਢ ਕਾਗਲ ਦੱਸੇ ਰਾਹ। इस तरह ह ते आपां ज़्यादा जोर नहीं देना है। सुन वेखो लोका, लोका उच्चारण किया हे लोको, जिवें जपजी साहब च पाठ होंदा गुरा एक देह बुझाई, गुरा हे गुरु जी। इदां ही लोका हे लोको, सुन वेखो लोका एह विडान, मन अंधा नाउ सुजान। औड़ी साहिब होए दयाल, किरपा करे तां साई कार करायसी। सो सेवक सेवा करे, जिसनो हुक्म मनायसी। हुक्म मन्या होवै प्रवान, तां खसमै का महल पायसी। खसमै भावै सो करे, मनो चिंदिया सो फल पायसी। तां दरगा पैंदा जायसी, तां दरगा पैंदा जायसी। तो इत्थे 15 नंबर पौड़ी दे विच जो गुरु साहब दस रहे हैं, साहिब होए दयाल, किरपा करे तां साई कार कराए सी। साई ये शब्द के उच्चारण च ध्यान देना। साई सस्से नूं कन्ना, ईड़ी नूं विहारी। साई, साई दा अर्थ हुंदा ओहो ही, जिहो जी वो चाहुंदा है ओहो जी कार जीवां तों करवाउंदा है। पर जिथे पाठ आवेगा साई नाम अमोल कीम ना कोई जान दो, रब दे लई वरत्या होगा, उत्थे आपां उच्चारण करांगे साई।
तो ये ध्यान देना, जिथे अर्थ होवेगा उही जो तुद भावै साई भली कार, तो साई शब्द आवेगा। जिथे रब दा लिखाए आवेगा उत्थे शब्द नूं कहांगे साई। साहिब होए दयाल किरपा करे, तां साई कार कराए सी। सो सेवक सेवा करे, जिसनों हुक्म मनाए सी। हुक्म मन्ने होवै परवान, तां खसमै का महल पाए सी। खसमै भावै सो करे, मनहो चिंदिया सो फल पाए सी। तां तदों किते जाके दरगाह पैदा जाए सी, दरगाह दे विच जाके उन्हें सत्कार मिलता है। तो इत्थे 15 नंबर पौड़ी संपूर्ण हुंदी है। अज दे 14 नंबर पौड़ी च आपां सरवण कीता सी कि मनुख देखण नूं सिमल दे रुख की तरह बड़ा वधिया वधिया फुलिया होवे, पर जे समाज दे लई कुछ नहीं करदा तां उह सिमल दे दरख्त जिवें पंछियां लई बेकार है, उदां ही समाज लई उह मनुख फिर बेकार ही समझना चाहिदा है। गुण किसी नूं दिखाउण दे लई ना धारण कीते जाण, बल्कि अपने जीवन नूं सफला करन लई धारण कीते जाण। दूसरे 15 नंबर पौड़ी दे नाल दे श्लोकां च गुरु साहब ने धार्मिक चिन्हां दा जिक्र कीता। उस वेले कुल 3 ही धर्म सन जिहड़े मुख सीगे, बाकी छोटियां भी संप्रदाय चलदे सन, ते जिन्हां दे विच जोगी, मुसलमान अते पंडित लोग सन। ये धार्मिक आगू सी। तो इन्हां दे नाल संबंधित जिहड़ियां चर्चावां जां गुरु साहब दे विचार होए उन्हां नूं गुरु साहब ने बाणी च दर्ज कीता, पर उन्हां दा अर्थ केवल एक धर्म तक सीमित विचारां तक नहीं है, वो सारी समुची मनुखता लई है। भी केवल धार्मिक तौर ते कीते चिन्हवाद जां पखंडवाद जां कर्मवाद दे नाल आपां नहीं पहुंचांगे। आपां पहुंचांगे वो चिन्हां दे, वो कर्मां दे जरिए जो कॉन्सैप्ट धारण कर रहे उन्होंने अगे लैके जाइए। जिवें सनातन मत दे विच जिहड़ा जनेऊ पाउंदा उहनूं द्विज कहा जाता, भी तेरा दूजा जन्म हो गया। जे हुण दूजा जन्म मिलिया उहनूं सफला किवें करना, इधर नूं ध्यान होना चाहिए है। तो इस तरीके दे नाल फिर वो कर्म जीवन च धारण करे जिन्हां दे नाल सफलता मिलती होवे। आओ समा हो चुकिया है, अज दे बचनां नूं इत्थे ही संकोचदे हां, क्योंकि गुरबाणी दे विचार बड़ी बेअंत बड़ी डूंघे विचार है। शुद्ध उचारण दा भी पक्ष बहुत डूंघा ते विचार मंगण वाला है, ते अर्थां दा पक्ष भी बहुत डूंघा ते विचार मंगण वाला है। जिन्नी को गुरु मत समत बख्शदे आपां साझा करन दा यतन करदे आ। कोई गल गुरु दे सिद्धांत तो बाणी दे विचार तो बाहर दी कही गई होवे उहदे लई खिमा ले जाचका, बाकी गुरु दा उपदेश है, आपां सारिआं ने ही मनण दा यतन करना है। हुण समाप्ति करते हाँ जी, अखीरलियां पंक्तियां का पाठ करके अज के विचार की संपूर्णता करिए जी। हुक्म मन्निया होवै प्रवान, ता खसमै का महल पाइसी। खसमै भावै सो करे, मनो चिंदिया सो फल पाइसी। तां दरगाह पैदा जाएसी, तां दरगाह पैदा जाएसी।